ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਨਿਲ ਕੁਮਾਰ। ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਸੋ ਦੋਸਤੋ, ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਮੈਥ ਪਾਰਟ, ਜੋ ਕਿ ਜੇਲ੍ਹ ਵਾਰਡਨ ਦਾ ਅੱਜ ਦਾ ਪੇਪਰ ਹੋਇਆ ਹੈ ਸ਼ਿਫਟ 1 ਦਾ 29 ਅਗਸਤ ਦਾ। ਉਹਦੀ ਪਹਿਲੀ ਸ਼ਿਫਟ ਦਾ ਜੋ ਮੈਥ ਵਾਲਾ ਪਾਰਟ ਹੈ, ਆਪਾਂ ਉਹ ਲੈ ਕੇ ਹਾਜ਼ਰ ਹੋਏ ਹਾਂ। ਸੋ ਡਿਸਕਸ ਕਰਦੇ ਹਾਂ, ਦੇਖਦੇ ਹਾਂ ਪਹਿਲਾ ਕੁਐਸਚਨ ਬੱਚੇ। ਸੋ ਦੇਖੋ, ਉਹਦੇ ਵਿੱਚ ਪਹਿਲਾ ਕੁਐਸਚਨ ਜਿਹੜਾ ਆਇਆ ਸੀ ਉਹ ਆਇਆ ਸੀ, ਕਹਿੰਦਾ ਇੱਕ ਆਦਮੀ 15% ਦੀ ਛੋਟ ਤੇ ਇੱਕ ਮੋਬਾਈਲ ਫੋਨ ਖਰੀਦਦਾ ਹੈ ਅਤੇ ਇਸ ਨੂੰ 14,365 ਰੁਪਏ ਦੇ ਵਿੱਚ ਵੇਚਦਾ ਹੈ। ਇਸ ਪ੍ਰਕਿਰਿਆ ਵਿੱਚ ਉਸ ਨੂੰ 30% ਦਾ ਮੁਨਾਫਾ ਹੁੰਦਾ ਹੈ। ਛੂਟ ਕੀ ਸੀ? ਯਾਨੀ ਕਿ ਉਹਨੂੰ ਕਿੰਨੇ ਦਾ ਡਿਸਕਾਊਂਟ ਮਿਲਿਆ, ਯਾਨੀ ਕਿ ਆਦਮੀ ਨੂੰ। ਦੇਖੋ ਜੀ, ਕੁਐਸਚਨ ਦੇਖੋ ਕੀ ਹੈ। ਮੰਨ ਲਓ ਉਸ ਨੇ ਜਿਹੜਾ ਵੀ ਮੋਬਾਈਲ ਖਰੀਦਿਆ ਉਸ ਦਾ ਮਾਰਕੀਟ ਪ੍ਰਾਈਸ 100% ਸੀ, ਸਾਨੂੰ ਨਹੀਂ ਪਤਾ, ਪਰ ਉਸ ਨੇ ਦੁਕਾਨਦਾਰ ਨੇ ਉਹਨੂੰ ਵੇਚਿਆ 85% ਦਾ, ਯਾਨੀ ਕਿ 15% ਛੂਟ ਤੇ ਵੇਚਿਆ। ਤੇ ਉਸ ਆਦਮੀ ਨੇ ਇਹੀ ਮੋਬਾਈਲ, ਯਾਨੀ ਕਿ ਦੁਕਾਨਦਾਰ ਨੇ 85% ਵੇਚਿਆ, ਉਹਨੇ 85% ਦਾ ਖਰੀਦ ਲਿਆ, ਯਾਨੀ ਕਿ ਇੰਨੇ ਦਾ ਖਰੀਦ ਲਿਆ, ਜੋ ਕਿ ਕਿਹਦੇ ਬਰਾਬਰ ਹੈ? ਦੇਖੋ ਜੀ, ਇੰਨੇ ਦਾ ਖਰੀਦਿਆ ਜੋ ਕਿ ਕਿਹਦੇ ਬਰਾਬਰ ਹੈ? 14,365 ਰੁਪਏ ਦਾ। ਕਿੰਨੇ ਦਾ? 14,365 ਰੁਪਏ ਦਾ ਖਰੀਦ ਲਿਆ। ਔਰ ਇਹ ਇਸ ਮੋਬਾਈਲ ਨੂੰ, ਠੀਕ ਹੈ, ਉਹ ਇਸ ਮੋਬਾਈਲ ਨੂੰ ਕਿੰਨੇ ਦਾ ਵੇਚਦਾ ਹੈ ਬੱਚੇ? ਦੇਖੋ, ਇੱਕ ਆਦਮੀ ਨੇ 14,000 ਇਹ ਤਾਂ ਖਰੀਦਿਆ। ਦੇਖੋ ਜੀ, ਇੱਥੇ ਕੀ ਉਹਨੇ ਖਰੀਦਿਆ, ਤੇ ਉਹ ਇਸ ਮੋਬਾਈਲ ਨੂੰ, ਯਾਨੀ ਕਿ 85% ਤੇ ਉਹਨੇ ਖਰੀਦਿਆ, ਤੇ ਉਹ ਇਸ ਮੋਬਾਈਲ ਨੂੰ ਕਿੰਨੇ ਦਾ ਵੇਚਦਾ ਹੈ ਬੱਚੇ? ਦੇਖੋ, ਅਗਰ ਮੰਨ ਲਈਏ ਆਪਾਂ ਵੀ, ਜੇ ਉਸ ਨੇ ਇਹ ਮੋਬਾਈਲ 100% ਦਾ ਖਰੀਦਿਆ ਤਾਂ ਉਹ ਉਹਨੂੰ 30% ਪ੍ਰੋਫਿਟ, ਯਾਨੀ ਕਿ 130% ਦਾ ਵੇਚਦਾ ਹੈ, ਜੋ ਕਿ ਕਿਹਦੇ ਬਰਾਬਰ ਹੈ? 14,365 ਰੁਪਏ ਦੇ ਬਰਾਬਰ ਹੈ। ਯਾਨੀ ਕਿ ਉਹ ਆਦਮੀ ਨੇ 100% ਦਾ ਜੇ ਮੋਬਾਈਲ ਖਰੀਦਿਆ ਤਾਂ ਉਹਨੂੰ 30% ਪ੍ਰੋਫਿਟ ਤੇ, ਯਾਨੀ ਕਿ 130% ਤੇ ਵੇਚਿਆ, ਜੋ ਕਿ ਕਿਹਦੇ ਬਰਾਬਰ ਹੈ ਬੱਚੇ? 130% ਦੇ। ਹੁਣ ਤੁਸੀਂ ਦੇਖੋ, ਅਗਰ 130% 14,365 ਦੇ ਬਰਾਬਰ ਹੈ ਤਾਂ 1% ਕਿੰਨਾ ਆ ਜਾਊਗਾ? ਸੋ ਤੁਸੀਂ ਕਹਿ ਦੋਗੇ 14,365 ਬਟੇ 130, ਸੋ ਇਹ 1% ਆ ਗਿਆ। ਸੋ ਇਹ ਆਦਮੀ ਨੇ ਮੋਬਾਈਲ 100% ਦਾ ਖਰੀਦਿਆ ਸੀ। ਜੇ 1% ਇਹਦੇ ਬਰਾਬਰ ਹੈ ਤਾਂ 100% ਕੀ ਆਊਗਾ? ਇਹਨੂੰ ਆਪਾਂ 100 ਨਾਲ ਗੁਣਾ ਕਰ ਦਾਂਗੇ। ਜੇ ਆਪਾਂ ਇਹਨੂੰ 100 ਨਾਲ ਗੁਣਾ ਕੀਤਾ, ਦੇਖੋ ਬੱਚੇ, ਤਾਂ ਦੇਖੋ ਸੋਲਵ ਕਰਾਂਗੇ। 13 ਏਕਮ 13, ਸੋ 13 ਏਕਮ 13, ਔਰ ਇੱਥੇ ਕੀ ਬਚ ਗਿਆ ਆਪਣੇ ਕੋਲ ਬੱਚੇ? ਨਾ ਜਾਣ ਦਾ 0, 13 ਪੰਜੇ 65। ਯਾਨੀ ਕਿ ਉਸ ਨੇ ਇਹ ਮੋਬਾਈਲ ਖਰੀਦਿਆ ਕਿੰਨੇ ਦਾ? 11,050 ਦਾ। ਯਾਨੀ ਕਿ ਉਸ ਨੇ ਇਹ ਮੋਬਾਈਲ 11,050 ਰੁਪਏ ਦਾ ਖਰੀਦਿਆ। ਮਤਲਬ ਕਿ ਉਸ ਆਦਮੀ ਨੇ ਮੋਬਾਈਲ ਕਿੰਨੇ ਦਾ ਖਰੀਦਿਆ? 11,050 ਰੁਪਏ ਦਾ ਖਰੀਦਿਆ। ਯਾਨੀ ਕਿ ਦੁਕਾਨਦਾਰ ਨੇ ਇਹ ਮੋਬਾਈਲ ਉਹਨੂੰ ਕਿੰਨੇ ਦਾ ਵੇਚਿਆ? 11,050 ਰੁਪਏ ਦਾ। ਯਾਨੀ ਕਿ ਦੁਕਾਨਦਾਰ ਦਾ ਜੋ 85% ਹੈ ਉਹ 11,050 ਰੁਪਏ ਦੇ ਬਰਾਬਰ ਹੈ। ਤਾਂ ਦੁਕਾਨਦਾਰ ਦਾ 1% ਕਿਹਦੇ ਬਰਾਬਰ ਆ ਗਿਆ? 11,050 ਡਿਵਾਈਡਡ ਬਾਈ 85। ਠੀਕ ਹੈ ਬੱਚੇ, 11,050 ਡਿਵਾਈਡਡ ਬਾਈ 85। ਠੀਕ ਹੈ ਬੱਚੇ, ਇਹਨੂੰ 85 ਨਾਲ ਡਿਵਾਈਡ ਕਰੀਏ ਤਾਂ ਤੁਸੀਂ ਕਹਿ ਸਕਦੇ ਹੋ 1% 130 ਦੇ ਬਰਾਬਰ ਆ ਗਿਆ। ਤਾਂ ਉਹਦਾ ਮਾਰਕੀਟ ਪ੍ਰਤੀਸ਼ਤ ਕਿੰਨਾ ਹੈ? 100% ਹੈ। ਯਾਨੀ ਕਿ 130 ਨਾਲ ਮਲਟੀਪਲਾਈ ਕਰ ਦਾਂਗੇ, ਯਾਨੀ ਕਿ ਉਸ ਮੋਬਾਈਲ ਦਾ ਜਿਹੜਾ ਮਾਰਕੀਟ ਪ੍ਰਾਈਸ ਸੀ ਬੱਚਿਓ, ਉਹ 13,000 ਸੀ। ਉਹ 13,000 ਰੁਪਏ ਦਾ ਉਹਦਾ ਮਾਰਕੀਟ ਪ੍ਰਾਈਸ ਸੀ, ਲੇਕਿਨ ਉਹਨੇ ਉਹ ਖਰੀਦਿਆ ਕਿੰਨੇ ਦਾ? 11,050 ਰੁਪਏ ਦਾ। ਸੋ 13,000 ਰੁਪਏ ਉਸ ਦਾ ਮਾਰਕੀਟ ਪ੍ਰਾਈਸ ਸੀ, ਉਹਨੇ ਖਰੀਦਿਆ ਇਹ 11,050 ਰੁਪਏ ਦਾ। ਸੋ ਕਹਿਣ ਦਾ ਮਤਲਬ ਉਹਨੂੰ ਕਿੰਨੇ ਦਾ ਡਿਸਕਾਊਂਟ ਮਿਲਿਆ ਬੱਚੇ? ਤਾਂ ਉਹਨੂੰ ਡਿਸਕਾਊਂਟ ਮਿਲਿਆ 1,950 ਰੁਪਏ ਦਾ। ਸੋ ਇਸ ਕੁਐਸਚਨ ਦਾ ਆਨਸਰ ਸੀ ਡੀ ਆਨਸਰ। ਸੋ ਇਹਦਾ ਆਨਸਰ ਕੀ ਆਊਗਾ ਬੱਚਿਓ? ਡੀ ਆਊਗਾ। ਦੁਬਾਰਾ ਦੇਖ ਲਓ, ਆਪਾਂ ਦੇਖਿਆ ਵੀ ਜੇ ਉਸ ਦੁਕਾਨਦਾਰ ਦਾ ਮਾਰਕੀਟ ਪ੍ਰਾਈਸ, ਜੋ ਚੀਜ਼ ਉਹਨੇ ਮੋਬਾਈਲ ਖਰੀਦੀ ਹੈ, ਉਹਦਾ 100% ਸੀ, ਤਾਂ ਉਹਨੇ 15% ਦੀ ਛੋਟ ਤੇ ਖਰੀਦ ਲਿਆ, ਯਾਨੀ ਕਿ 85% ਤੇ ਖਰੀਦ ਲਿਆ। ਯਾਨੀ ਕਿ ਜੇ ਦੁਕਾਨਦਾਰ ਨੇ 85% ਦਾ ਵੇਚਿਆ ਤਾਂ ਦੁਕਾਨਦਾਰ ਉਹਨੇ 85% ਦਾ ਖਰੀਦਿਆ। ਆਪਾਂ ਮਤ ਪਤਾ ਹੈ ਸਾਨੂੰ ਵੀ ਹਰੇਕ ਚੀਜ਼ ਆਪਣੇ ਆਪ ਦੇ ਵਿੱਚ 100% ਹੁੰਦੀ ਹੈ। ਯਾਨੀ ਕਿ ਅਗਰ ਉਸ ਆਦਮੀ ਦਾ ਕੋਸਟ ਪ੍ਰਾਈਸ 100 ਹੈ ਤਾਂ ਉਹਨੇ 30% ਪ੍ਰੋਫਿਟ ਤੇ ਵੇਚਿਆ, ਯਾਨੀ ਕਿ 130% ਤੇ ਵੇਚਿਆ, ਜੋ ਕਿ 14,365 ਦੇ ਬਰਾਬਰ ਹੈ। 130% 14,365 ਦੇ ਬਰਾਬਰ ਹੈ ਤਾਂ 1% ਕਿਹਦੇ ਬਰਾਬਰ ਆ ਗਿਆ? 1105 ਦੇ। ਤਾਂ 100% ਕਿਹਦੇ ਬਰਾਬਰ ਆ ਗਿਆ? 11,050 ਦੇ। ਯਾਨੀ ਕਿ ਇਸ ਆਦਮੀ ਦਾ ਜਿਹੜਾ ਖਰੀਦ ਮੁੱਲ ਹੈ 11,050 ਰੁਪਏ ਦਾ, ਯਾਨੀ ਕਿ ਦੁਕਾਨਦਾਰ ਤੋਂ ਇਹਨੇ 11,050 ਦਾ ਖਰੀਦਿਆ। ਕਹਿਣ ਦਾ ਮਤਲਬ ਦੁਕਾਨਦਾਰ ਨੇ ਇਹ 85% ਤੇ ਵੇਚਿਆ ਸੀ, ਜੋ ਕਿ 11,050 ਦੇ ਬਰਾਬਰ ਹੈ। ਅਸੀਂ 1% ਕੱਢਿਆ 130,
ਤਾਂ ਮਾਰਕੀਟ ਪ੍ਰਾइस ਕੀ ਸੀ 100%, ਤਾਂ ਮਾਰਕੀਟ ਪ੍ਰਾइस ਕਿੰਨਾ ਆ ਗਿਆ 13,000। ਯਾਨੀ ਕਿ 13,000 ਵਾਲਾ ਮੋਬਾਈਲ ਉਹ 11,050 ਚ ਖਰੀਦਦਾ ਹੈ। ਸੋ ਕਹਿਣ ਦਾ ਮਤਲਬ ਉਹਨੂੰ 1950 ਰੁਪਏ ਦਾ ਡਿਸਕਾਊਂਟ ਹੁੰਦਾ ਹੈ। ਠੀਕ ਹੈ ਗਾਇਸ, ਸੋ ਅਗਲੇ ਕੁਐਸਚਨ ਵੱਲ ਵਧਦੇ ਹਾਂ ਬੱਚੇ। ਦੇਖੋ ਅਗਲਾ ਕੁਐਸਚਨ ਕੀ ਸੀ, ਕਹਿੰਦਾ ਇੱਕ ਡੀਲਰ ਨੇ 4725 ਰੁਪਏ ਨਾਲ 30 ਰਿਕਸ਼ਾ ਖਰੀਦੇ ਤੇ 30 ਰਿਕਸ਼ਿਆਂ ਵਿੱਚੋਂ 8 4 ਸੀਟਰ ਸੀ ਤੇ ਬਾਕੀ 2 ਸੀਟਰ ਸਨ। ਡੀਲਰ ਨੂੰ 4 ਸੀਟਰਾਂ ਵਾਲੇ ਰਿਕਸ਼ਾ ਕਿਹੜੀ ਕੀਮਤ ਤੇ ਵੇਚਣਾ ਚਾਹੀਦਾ ਹੈ ਤਾਂ ਜੋ ਉਹ 2 ਸੀਟਾਂ ਨੂੰ ਇਸਦੀ 3/4 ਦੀ ਕੀਮਤ ਤੇ ਵੇਚੇ ਤਾਂ ਉਹ 40% ਦਾ ਮੁਨਾਫਾ ਕਮਾਵੇ। ਦੁਬਾਰਾ ਦੇਖ ਲਓ ਬੱਚੇ, ਕੁਐਸਚਨ ਦੇ ਵਿੱਚ ਉਹਨੇ ਕੀ ਕਿਹਾ, ਇੱਕ ਡੀਲਰ ਨੇ 4725 ਰੁਪਏ ਦੇ 30 ਰਿਕਸ਼ਾ ਖਰੀਦੇ। ਇੱਕ ਡੀਲਰ ਨੇ 4725 ਰੁਪਏ ਦੇ 30 ਰਿਕਸ਼ਾ ਖਰੀਦੇ ਤੇ ਉਸ ਰਿਕਸ਼ਿਆਂ ਵਿੱਚੋਂ 8 4 ਸੀਟਰ ਨੇ, ਜਿਹੜੇ ਬਾਕੀ ਦੇ ਰਹਿ ਗਏ 22 ਰਿਕਸ਼ੇ ਕਿਹੜੇ ਹੋ ਗਏ, ਉਹ 2 ਸੀਟਰ ਹੋ ਗਏ। 22 ਰਿਕਸ਼ੇ ਕਿਹੜੇ ਹੋ ਗਏ, ਉਹ 2 ਸੀਟਰ ਰਿਕਸ਼ੇ ਹੋ ਗਏ। ਠੀਕ ਹੈ ਬੱਚੇ, ਉਹ ਕਹਿੰਦਾ ਡੀਲਰ ਨੂੰ ਜਿਹੜੇ 4 ਸੀਟਰਾਂ ਵਾਲੇ ਰਿਕਸ਼ਾ ਜਿਹੜੇ ਹੈਗੇ ਨੇ ਉਹਨਾਂ ਨੂੰ ਕਿੰਨੇ ਦੇ ਉੱਪਰ ਵੇਚੇ ਤਾਂ ਕਿ ਜੋ 2 ਸੀਟਾਂ ਨੂੰ ਜਿਹੜਾ ਉਹ 3/4 ਦੀ ਕੀਮਤ ਤੇ ਵੇਚਦਾ ਹੈ ਤਾਂ ਉਸਨੂੰ 40% ਦਾ ਮੁਨਾਫਾ ਹੋਵੇ। ਪਹਿਲੀ ਗੱਲ ਤਾਂ ਦੇਖੋ, ਉਹਨੇ 30 ਜਿਹੜੇ ਰਿਕਸ਼ੇ ਖਰੀਦੇ ਨੇ ਉਹ 4725 ਰੁਪਏ ਦੇ ਖਰੀਦੇ ਨੇ, ਖਰੀਦੇ ਡੀਲਰ ਨੇ, ਔਰ ਇਹਨੂੰ ਓਵਰਆਲ 40% ਪ੍ਰੋਫਿਟ ਚਾਹੀਦਾ ਹੈ ਤਾਂ ਇਹਦਾ ਮਤਲਬ ਉਹ ਇਹਨੂੰ 140% ਦਾ ਵੇਚੂਗਾ। ਕਹਿਣ ਦਾ ਮਤਲਬ ਜੇ ਇਹਨੂੰ ਸੋਲਵ ਕਰੀਏ ਤਾਂ ਤੁਸੀਂ ਕਰੋਗੇ 14 5 70, 14 दूनी 28, 28 7 35, 14 7 98, 98 13 कितना हो गया बच्चे, 98 ਤੇ 13 ਆਪਣਾ ਹੋ ਗਿਆ 111। ਠੀਕ ਹੈ, 14 ਚੌਕੇ 56, 56 ਤੇ 11 ਕਿੰਨਾ ਹੋ ਗਿਆ ਸਾਡਾ 67। ਠੀਕ ਹੈ ਬੱਚੇ, 56 ਤੇ 11, 14 ਚੌਕੇ 56। ਦੁਬਾਰਾ ਦੇਖ ਲੈਂਦੇ ਬੱਚੇ, ਦੇਖੋ 14 5 70। ਠੀਕ ਹੈ ਜੀ, 14 दूनी 28, 14 5 70, 70 ਦਾ ਲੱਗ ਗਿਆ ਆਪਣੇ ਕੋਲ 0, 14 5 दूनी 28, 28 7 ਕਿੰਨਾ ਹੋ ਗਿਆ 35, 3 ਹਸਲ ਆ ਗਿਆ, 14 7 98, 98 3 101 ਬੱਚੇ। ਠੀਕ ਹੈ, 10 ਆਊਗਾ ਤੇ ਇੱਥੇ 6600 ਆ ਗਿਆ, ਇਹ ਆ ਗਿਆ ਡਿਵਾਈਡਡ ਬਾਈ 10। ਸੋ ਕਹਿਣ ਦਾ ਮਤਲਬ ਉਹਨੂੰ ਇਹ 6615 ਰੁਪਏ ਦੇ ਵੇਚਣੇ ਪੈਣੇ ਆ। ਸਾਰੇ ਰਿਕਸ਼ੇ ਨੂੰ ਅਗਰ 40% ਦਾ ਮੁਨਾਫਾ ਚਾਹੀਦਾ ਹੈ ਤਾਂ ਉਹਨੂੰ ਇਹ ਸਾਰੇ ਰਿਕਸ਼ੇ ਮਤਲਬ 6615 ਰੁਪਏ ਦੇ ਵੇਚਣੇ ਪੈਣਗੇ। ਹੁਣ ਮੰਨ ਲਓ ਜੇ 4 ਸੀਟਰ ਦਾ, ਦੇਖੋ ਉਹਦੇ ਕੋਲ ਇੰਨਾ ਪਤਾ ਹੈ ਵੀ ਜਿਹੜੇ 8 ਨੇ ਉਹ ਕਿਹੜੇ ਨੇ 4 ਸੀਟਰ ਨੇ ਤੇ ਜਿਹੜੇ ਆਪਣੇ ਕੋਲ 22 ਨੇ ਉਹ ਕਿੰਨੇ 2 ਸੀਟਰ ਨੇ ਜਿਹੜੇ। ਠੀਕ ਹੈ ਬੱਚੇ, ਦੁਬਾਰਾ ਦੇਖ ਲਓ, ਮੈਂ ਦੁਬਾਰਾ ਸਾਫ਼-ਸਾਫ਼ ਲਿਖ ਦਿੰਦਾ ਬੱਚੇ ਇੱਥੇ। ਦੇਖੋ ਉਹਦੇ ਕੋਲ ਕੀ ਨੇ, ਆਪਾਂ ਨੂੰ ਇੱਕ ਗੱਲ ਪਤਾ ਹੈ ਵੀ ਉਹਦੇ ਕੋਲ ਅਗਰ 30 ਰਿਕਸ਼ੇ ਨੇ ਤਾਂ ਉਹਨਾਂ 30 ਰਿਕਸ਼ਿਆਂ ਚੋਂ ਜਿਹੜੇ 4 ਸੀਟਰ ਨੇ ਉਹ ਕਿੰਨੇ ਨੇ 8 ਨੇ, ਔਰ ਜਿਹੜੇ 2 ਸੀਟਰ ਨੇ ਬੱਚੇ ਉਹ ਕਿੰਨੇ ਹੋ ਗਏ 22 ਰਿਕਸ਼ੇ ਹੋ ਗਏ। ਠੀਕ ਹੈ, ਆਪਾਂ ਨੂੰ ਨਹੀਂ ਪਤਾ ਪ੍ਰਾਈਸ, ਆਪਾਂ ਮੰਨ ਲੈਂਦੇ ਆ ਵੀ ਜਿਹੜਾ 4 ਸੀਟਰ ਦਾ ਪ੍ਰਾਈਸ ਹੈ ਉਹ x ਰੁਪਏ ਹੈ। 4 ਸੀਟਰ ਦਾ ਪ੍ਰਾਈਸ ਕੀ ਹੈ, x ਰੁਪਏ ਹੈ। ਤਾਂ ਜੇ 4 ਸੀਟਰ ਦਾ ਪ੍ਰਾਈਸ x ਰੁਪਏ ਦੇ ਵੇਚਦਾ ਹੈ ਤਾਂ ਉਹਨੂੰ ਕਿੰਨੇ ਵੇਚਣੇ 8 ਵੇਚਣੇ, ਤਾਂ 8x ਦੇ ਵੇਚੂਗਾ। ਔਰ ਜਿਹੜੇ 22 ਦੂਜੇ 2 ਸੀਟਰ ਹੈ ਉਹ ਕਿੰਨੇ ਵੇਚਦਾ 3/4 ਦੀ ਕੀਮਤ ਤੇ, ਯਾਨੀ ਕਿ ਜਿੰਨੇ ਦਾ 4 ਸੀਟਰ ਦਾ ਹੈਗਾ ਉਹਦਾ 3/4 ਪ੍ਰਾਈਸ ਦੇ ਉੱਪਰ ਵੇਚਦਾ ਹੈ, ਉਸਦੇ 3/4 ਪ੍ਰਾਈਸ ਦੇ ਉੱਪਰ। ਠੀਕ ਹੈ ਜੀ, ਉਸਦੇ 3/4 ਪ੍ਰਾਈਸ ਦੇ ਉੱਪਰ, ਯਾਨੀ ਕਿ 3/4 ਆਫ x। ਠੀਕ ਹੈ ਜੀ, ਸੋ ਇਹ ਸਾਰੇ ਵੇਚ ਕੇ ਉਹਨੂੰ ਟੋਟਲ ਕਿੰਨੇ ਦੇ ਵੇਚਣੇ ਆ, ਦੇਖੋ ਜੇ 40% ਪ੍ਰੋਫਿਟ ਚਾਹੀਦਾ ਹੈ ਤਾਂ ਉਹਨੂੰ 6615 ਰੁਪਏ ਦੇ ਵੇਚਣੇ ਨੇ, ਕਿੰਨੇ ਵੇਚਣੇ ਨੇ 6615 ਰੁਪਏ ਦੇ ਵੇਚਣੇ ਨੇ। ਸੋ ਇੱਥੋਂ ਅਸੀਂ x ਦੀ ਵੈਲਿਊ ਕੱਢ ਸਕਦੇ ਹਾਂ ਬੱਚੇ। ਜੇ ਤੁਸੀਂ x ਦੀ ਵੈਲਿਊ ਕੱਢੋ, ਦੇਖੋ ਕੀ ਹੋਊਗਾ ਇੱਥੇ, ਇਹ 4 ਆਪਣਾ ਐਲਸੀਐਮ ਲੈ ਲੈਂਦੇ ਆਪਾਂ ਇੱਥੇ। ਸੋ ਇਹ ਆ ਗਿਆ ਤੁਹਾਡੇ ਕੋਲ 8 ਚੌਕਾ, ਜਾਂ ਪਹਿਲਾਂ ਛੋਟਾ ਕਰ ਲਈਏ, ਇਹ 2 ਨਾਲ 2 ਕੱਟ ਗਿਆ, ਇਹ 11 ਰਹਿ ਗਿਆ ਬੱਚੇ। ਸੋ ਆਪਾਂ ਕਹਿ ਦਾਂਗੇ ਇੱਥੇ 2 ਐਲਸੀਐਮ ਆ ਗਿਆ, 8 ਦੂਣੀ 16x, ਇੱਥੇ 11 ਤੀਏ 33x ਬਰਾਬਰ ਹੈ 6615। ਸੋ ਇਹ ਹੋ ਗਿਆ ਸਾਡੇ ਕੋਲ 33 16 49x ਬਰਾਬਰ, ਇੱਧਰ ਕੀ ਆ ਗਿਆ ਆਪਣੇ ਕੋਲ 6615 ਗੁਣਾ ਇਹ 2 ਸਾਡਾ ਇੱਧਰ ਚਲਿਆ ਜਾਊਗਾ ਬੱਚੇ। ਤਾਂ x ਦੀ ਵੈਲਿਊ ਕਿੰਨੀ ਆ ਗਈ ਤੁਹਾਡੀ 6615 ਇੰਟੂ 2 ਡਿਵਾਈਡਡ ਬਾਈ 49। ਠੀਕ ਹੈ ਜੀ, ਡਿਵਾਈਡਡ ਬਾਈ 49। ਸੋ ਇਹਨੂੰ ਅਸੀਂ 7 ਤੇ ਕੱਟ ਕੇ ਦੇਖਦੇ ਹਾਂ, 7 ਨਾਮ 3 ਬਚ ਗਿਆ ਬੱਚੇ। ਠੀਕ ਹੈ, 3 7 ਚੌਕਾ 28, 3 ਬਚ ਗਿਆ, 7 5 35। ਠੀਕ ਹੈ, ਇਹਦੇ 7 ਤੇ ਕੱਟ ਜਾਊਗਾ, 7 ਏਕਮ 7, 2 ਬਚ ਗਿਆ, 7 ਹੀ 21, 7 5 35, ਯਾਨੀ 135 ਗੁਣਾ 2 ਯਾਨੀ ਕਿ 270। ਸੋ ਜਿਹੜਾ x ਅਸੀਂ ਕੀ ਮੰਨਿਆ ਸੀ 4 ਸੀਟਰ ਦਾ ਪ੍ਰਾਈਸ, ਤਾਂ ਉਹਨੇ ਇਹੀ ਪੁੱਛਿਆ ਵੀ 4 ਸੀਟਰ ਵਾਲਾ ਉਹਨੂੰ ਕਿੰਨੇ ਦਾ ਵੇਚਣਾ ਪਊਗਾ। ਸੋ ਤੁਹਾਡਾ ਆਨਸਰ ਆ ਜਾਊਗਾ ਬੱਚੇ 270 ਰੁਪਏ ਦਾ ਉਹ ਰਿਕਸ਼ਾ ਇਹਨੂੰ 4 ਸੀਟਰ ਦਾ ਵੇਚਣਾ ਪਊਗਾ। ਦੁਬਾਰਾ ਦੇਖ ਲਓ ਬੱਚੇ, ਉਹਨੇ ਇਹ ਕੀ ਕਿਹਾ ਵੀ 4725 ਰੁਪਏ ਦੇ ਉਹਨੇ 30 ਰਿਕਸ਼ਾ ਖਰੀਦੇ ਨੇ ਔਰ ਉਹਨਾਂ ਨੂੰ 40% ਮੁਨਾਫੇ ਦੇ ਉੱਪਰ ਵੇਚਣਾ ਚਾਹੁੰਦਾ ਹੈ।
यानी कि 40% मुनाफे के उपर बेचना चाहता है तो उन्होंने प्राइस वो 40% ਵਧਾ के बेचेगा। कहने का मतलब 6615 रुपए का बेचेगा। ठीक है बच्चे, सो 6615 रुपए के बेचने ने। हुण 30 ਦੇ ਵਿੱਚੋਂ ਉਹਦੇ 4 ਨੇ ਜਿਹੜੇ 8 ਸੀਟਰ ਨੇ, ਸੋਰੀ 8 ਨੇ ਜਿਹੜੇ 4 ਸੀਟਰ ਨੇ, ਔਰ 2 ਸੀਟਰ ਕਿੰਨੇ ਨੇ 22 ਰਿਕਸ਼ੇ ਨੇ। ਹੁਣ ਸਾਨੂੰ 8 ਲੀਟਰ ਦਾ 8 ਜਿਹੜੀ 4 ਸੀਟਰ ਵਾਲਾ ਹੈਗੇ ਨੇ ਉਹਨਾਂ ਦਾ ਪ੍ਰਾਈਸ ਪਤਾ ਕਰਨਾ ਹੈ। ਅਸੀਂ ਮੰਨ ਲਿਆ ਵੀ ਜਿਹੜਾ 4 ਸੀਟਰ ਵਾਲਾ ਰਿਕਸ਼ਾ ਹੈ ਉਹਦਾ ਪ੍ਰਾਈਸ ਕਿੰਨਾ x ਹੈ। ਸੋ 8 ਰਿਕਸ਼ੇ ਨੇ ਤਾਂ ਕਿੰਨਾ ਹੋ ਗਿਆ 8x ਦੇ ਵੇਚੂਗਾ ਉਹ। ਔਰ ਜਿਹੜਾ 2 ਸੀਟਰ ਹੈ ਉਹਦਾ 3/4 ਤੇ ਵੇਚ ਰਿਹਾ, ਜਿੰਨਾ 4 ਸੀਟਰ ਦਾ ਪ੍ਰਾਈਸ ਹੈ ਉਸਦੇ 3/4 ਤੇ ਵੇਚ ਰਿਹਾ। यानी कि ये किन्ने दा बेच रहा है वो 3/4 बाय x ਦਾ ਵੇਚ ਰਿਹਾ। ਤਾਂ यानी कि 22 ਰਿਕਸ਼ੇ ਨੇ ਤਾਂ 22/3/4 यानी कि ਇੰਨੇ ਦੇ ਵੇਚੇ। ਤਾਂ ਦੋਨਾਂ ਨੂੰ ਵੇਚ ਕੇ 6615 ਰੁਪਏ ਮਿਲਣੇ ਚਾਹੀਦੇ ਨੇ। ਸੋ ਅੱਗੇ ਅਸੀਂ ਸਿਰਫ ਕੈਲਕੂਲੇਸ਼ਨ ਕੀਤੀ ਹੈ ਬੱਚੇ। ਸੋ ਆਨਸਰ ਕੀ ਆਊਗਾ ਵੀ 270 ਰੁਪਏ ਦਾ ਉਹਨੂੰ ਜਿਹੜਾ 4 ਸੀਟਰ ਜਿਹੜਾ ਰਿਕਸ਼ਾ ਹੈਗਾ ਉਹ ਵੇਚਣਾ ਪਊਗਾ। ਬੱਚੇ ਇਹ ਦੋ ਹੀ ਕੁਐਸਚਨ ਸੀ ਜਿਹੜੇ ਇਸ ਪੇਪਰ ਦੇ ਵਿੱਚ ਥੋੜੇ ਡਿਫਿਕਲਟ ਸੀ, ਬਾਕੀ ਸਾਰੇ ਕੁਐਸਚਨ ਈਜ਼ੀ ਨੇ। ਸੋ ਅੱਗੇ ਕੁਐਸਚਨ ਦੇਖਦੇ ਹਾਂ। ਦੇਖੋ ਕੀ ਕਹਿੰਦਾ, ਜੇ ਦੋ ਸੰਖਿਆਵਾਂ ਦਾ ਅਨੁਪਾਤ 5:8 ਹੈ, ਜੇਕਰ ਹਰੇਕ ਸੰਖਿਆ ਵਿੱਚ 9 ਜੋੜਿਆ ਜਾਵੇ ਤਾਂ ਅਨੁਪਾਤ 8:11 ਹੋ ਜਾਂਦਾ ਹੈ। ਸਭ ਤੋਂ ਛੋਟੀ ਸੰਖਿਆ ਲੱਭੋ। ਸੋ ਦੇਖੋ ਆਪਾਂ ਮੰਨ ਲੈਂਦੇ ਹਾਂ ਪਹਿਲੀ ਸੰਖਿਆ ਇਹ ਦੂਜੀ ਸੰਖਿਆ ਹੈ, ਇਹ ਸੰਖਿਆ ਹੋ ਗਈ ਇਹਨਾਂ ਦਾ ਅਨੁਪਾਤ ਇਹ 5 ਹੋ ਗਿਆ, ਇਹ 8 ਹੋ ਗਿਆ। ਸੋ ਅਸੀਂ ਮੰਨ ਲੈਂਦੇ ਹਾਂ ਵੀ ਇਹ ਸੰਖਿਆ 5x ਹੈ, ਇਹ ਕੀ ਸੰਖਿਆ ਸਾਡੇ ਕੋਲ 8x ਹੈ। ਅਗਰ ਇਹਦੇ ਵਿੱਚ 9 ਜੋੜੀਏ ਔਰ ਇਹਦੇ ਵਿੱਚ ਵੀ 9 ਜੋੜੀਏ ਤਾਂ ਜਿਹੜਾ ਇਹ ਸੰਖਿਆ ਦਾ ਅਨੁਪਾਤ ਹੈ ਉਹ 8:11 ਹੋ ਜਾਂਦਾ ਹੈ। ਸੋ ਅਸੀਂ ਇਹਨੂੰ ਸੋਲਵ ਕਰਾਂਗੇ। 11 5 55x ਔਰ 11 9 99। ਇਸੇ ਤਰ੍ਹਾਂ ਵਿੱਚ 8 8 64x ਤੇ 8 ਨਾਮ ਕੀ ਹੋ ਗਿਆ 72। ਸੋ ਅਸੀਂ x ਵਾਲੀ ਇੱਕ ਸਾਈਡ ਤੇ ਕਰ ਦਾਂਗੇ। ਸੋ ਇਹ ਆ ਜਾਊਗਾ ਸਾਡੇ ਕੋਲ 64x - 55x ਔਰ ਇਧਰ ਕੀ ਹੋ ਜਾਊਗਾ 99 - 72। ਸੋ ਤੁਸੀਂ ਕਹਿ ਸਕਦੇ ਹੋ ਤੁਹਾਡੇ ਕੋਲ ਕੀ ਆ ਗਿਆ 9x ਬਰਾਬਰ ਹੈ 27 ਦੇ। x ਦੀ ਵੈਲਿਊ ਤੁਹਾਡੇ ਕੋਲ ਆ ਗਈ 27/9 ਯਾਨੀ ਕਿ 3 ਆ ਗਈ। x ਦੀ ਵੈਲਿਊ ਅਗਰ 3 ਆ ਗਈ ਤਾਂ ਤੁਹਾਡੇ ਕੋਲ ਜਿਹੜੇ ਨੰਬਰ ਹੋ ਗਏ, ਪਹਿਲਾ ਨੰਬਰ ਹੋ ਗਿਆ 5 ਤੀਏ 15 ਤੇ ਦੂਜਾ ਹੋ ਗਿਆ 8 ਤੀਏ 24। ਠੀਕ ਹੈ ਬੱਚੇ, ਉਹਨੇ ਸਭ ਤੋਂ ਛੋਟੀ ਸੰਖਿਆ ਪੁੱਛਿਆ ਤੇ ਸਭ ਤੋਂ ਛੋਟੀ ਸੰਖਿਆ ਸਾਡੀ ਕੀ ਆ ਗਈ 15 ਆ ਗਈ। ਦੁਬਾਰਾ ਦੇਖੋ ਬੱਚੇ, ਆਪਾਂ ਨੂੰ ਦਿੱਤਾ ਹੋਇਆ ਅਨੁਪਾਤ 5:8 ਦਿੱਤਾ ਹੋਇਆ ਹੈ, ਯਾਨੀ ਕਿ 5x ਤੇ 8x ਵੈਲਿਊ ਦਿੱਤੀ ਹੋਈ ਹੈ। ਉਹ ਕਹਿੰਦਾ ਜੇਕਰ ਹਰੇਕ ਸੰਖਿਆ ਵਿੱਚ 9 ਜੋੜ ਦਿੱਤਾ ਜਾਵੇ, ਇਹਦੇ 'ਚ ਵੀ 9 ਜੋੜਤਾ ਔਰ ਇਹਦੇ ਵਿੱਚ ਵੀ 9 ਜੋੜਤਾ ਤਾਂ ਸੰਖਿਆ ਦਾ ਅਨੁਪਾਤ 8:11 ਹੋ ਜਾਂਦਾ ਹੈ। ਤਾਂ ਇਹਨੂੰ ਆਪਾਂ ਮਲਟੀਪਲਾਈ ਕੀਤਾ ਇਹਦੇ ਨਾਲ ਔਰ ਇਹਨੂੰ ਇਹਦੇ ਨਾਲ, ਤਾਂ ਸਾਡੇ ਕੋਲ ਇਹ ਆ ਗਿਆ 11 5 55x, 11 9 99, 8 8 64x ਤੇ 8 9 72। ਸੋ ਅਸੀਂ x ਦੀ ਵੈਲਿਊ ਕੱਢੀ ਬੱਚੇ, 64x ਦੇ ਵਿੱਚੋਂ 55x ਕੱਢੇ ਯਾਨੀ ਕਿ 9x ਆ ਗਏ, ਔਰ 99 ਦੇ ਵਿੱਚੋਂ 72 ਕੱਢਿਆ ਤਾਂ ਕੀ ਆ ਗਿਆ ਆਪਣੇ ਕੋਲ 27 ਆ ਗਿਆ। ਸੋ x ਦੀ ਵੈਲਿਊ ਸਾਡੇ ਕੋਲ 3 ਆ ਗਈ, ਯਾਨੀ ਕਿ 5 ਤੀਆ 15 ਤੇ 8 ਤੀਆ 24। ਇੱਕ ਮੈਥਡ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਬੱਚੇ, ਜਿਹੜਾ ਐਵੇਂ ਦਾ ਸੀ ਉਹਨੂੰ ਅਸੀਂ ਕ੍ਰੋਸ ਮੈਥਡ ਕਹਿੰਦੇ ਆ। ਵੀ ਪਹਿਲਾ ਰੇਸ਼ੋ 8:11 ਸੀ, ਬਾਅਦ ਦੇ ਵਿੱਚ ਦੇਖੋ ਪਹਿਲਾ ਰੇਸ਼ੋ ਕਿੰਨੀ ਸੀ ਕਰ ਦੇਖਦੇ ਹਾਂ। ਪਹਿਲਾ ਰੇਸ਼ੋ ਜੋ ਹੈ ਸੀ ਉਹ ਸਾਡੇ ਕੋਲ ਸੀ 5:8 ਸੀ। ਕਿੰਨੀ ਸੀ 5:8 ਸੀ। ਬਾਅਦ ਦੇ ਵਿੱਚ ਕਿੰਨੀ ਹੋ ਗਈ 8:11 ਹੋ ਗਈ। ਪਹਿਲਾਂ ਵੀ 5 ਕੀ ਸੀ ਬੱਚੇ 8 ਸੀ। ਸੋ ਇਹਦੇ ਵਿੱਚ ਵੀ 9 ਜੋੜਿਆ ਔਰ ਇਹਦੇ ਵਿੱਚ ਵੀ 9 ਜੋੜਿਆ। ਦੇਖੋ ਪਹਿਲਾ ਰੇਸ਼ੋ ਸੀ 5:8, ਬਾਅਦ ਦੇ ਵਿੱਚ ਕਿੰਨੀ ਹੋ ਗਈ ਬੱਚੇ 8:11 ਹੋ ਗਈ। ਇਹਦੇ ਵਿੱਚ ਵੀ 9 ਜੋੜਿਆ ਔਰ ਇਹਦੇ ਵਿੱਚ ਵੀ 9 ਜੋੜਿਆ। ਸੋ ਇਹ ਸੀ 8 8 64, 11 5 55, ਯਾਨੀ ਕਿ 64 ਦੇ ਵਿੱਚੋਂ 55 ਕੱਢਿਆ ਬਰਾਬਰ ਹੈ 11 9 99, 8 9 72, ਯਾਨੀ ਕਿ 99 ਦੇ ਵਿੱਚੋਂ 72 ਕੱਢਿਆ। ਸੋ ਇੱਥੇ ਆ ਗਿਆ ਸਾਡੇ ਕੋਲ 9 ਯੂਨਿਟ ਬਰਾਬਰ ਹੈ 27 ਦੇ। ਤਾਂ 1 ਯੂਨਿਟ ਬਰਾਬਰ ਆ ਗਿਆ ਸਾਡੇ ਕੋਲ 27/9, ਯਾਨੀ ਕਿ 1 ਯੂਨਿਟ ਆ ਗਿਆ ਸਾਡੇ ਕੋਲ 3 ਰੁਪਏ ਦੇ ਬਰਾਬਰ ਆ ਗਿਆ। ਸੋ ਇਹ ਹੋ ਗਈ ਸਾਡੇ ਕੋਲ 5 ਯੂਨਿਟਾਂ, ਯਾਨੀ ਕਿ ਇਹ ਨੰਬਰ ਹੋ ਗਿਆ 15। ਸੋ ਇਹ 3 ਯੂਨਿਟਾਂ ਯਾਨੀ ਕਿ ਇਹ ਨੰਬਰ ਹੋ ਗਿਆ 24। ਸੋ ਸਾਨੂੰ ਛੋਟਾ ਨੰਬਰ ਪੁੱਛਿਆ ਤਾਂ ਇਸ ਲਈ ਸਾਡਾ ਆਨਸਰ ਕੀ ਆ ਜਾਊਗਾ 15 ਆ ਜਾਊਗਾ। ਦੇਖੋ ਬੱਚਿਓ, ਜੇਕਰ ਤੁਸੀਂ ਇਸ ਨੂੰ x ਨਾਲ ਕਰਨਾ ਚਾਹੁੰਦੇ ਹੋ ਤਾਂ x ਨਾਲ ਵੀ ਕਰ ਸਕਦੇ ਹੋ, ਅਗਰ ਬਿਨਾਂ x ਤੋਂ ਕਰਨਾ ਚਾਹੁੰਦੇ ਹੋ ਤਾਂ ਬਿਨਾਂ x ਤੋਂ ਵੀ ਕਰ ਸਕਦੇ ਹੋ। ਸੋ ਅਗਲਾ ਕੁਐਸਚਨ ਦੇਖੋ ਬੱਚੇ, ਕਹਿੰਦਾ ਇੱਕ ਸਿਨੇਮਾ ਹਾਲ ਦੀ ਪ੍ਰਵੇਸ਼ ਟਿਕਟ 250 ਰੁਪਏ ਸੀ। ਯਾਨੀ ਕਿ ਇੱਕ ਸਿਨੇਮਾ ਹਾਲ ਹੈ ਉਸਦੀ ਜਿਹੜੀ ਪ੍ਰਵੇਸ਼ ਟਿਕਟ ਹੈ ਉਹ 250 ਰੁਪਏ ਹੈ। ਜਦੋਂ ਟਿਕਟ ਦੀ ਕੀਮਤ ਘਟਾਈ ਗਈ, ਇੱਥੇ ਗਈ ਹੈ ਬੱਚੇ ਕੀਤਾ ਨਹੀਂ ਹੈਗਾ, ਜਦੋਂ ਟਿਕਟ ਦੀ ਕੀਮਤ
₹250 ਘਟਾਏਗੀ ਤਾਂ ਜਦੋਂ ਟਿਕਟ ਦੀ ਕੀਮਤ ਘਟਾਈ ਗਈ, ਮਤਲਬ ਕਿ ਇਹ ਨਹੀਂ ਦੱਸਿਆ ਕਿੰਨੀ ਘਟਾਈ ਗਈ। ਜਦੋਂ ਟਿਕਟ ਦੀ ਕੀਮਤ ਘਟਾਈ ਗਈ ਤਾਂ ਵਿਕਰੀ ਦਰ 50% ਦਾ ਵਾਧਾ ਹੋਇਆ, ਪਰ ਰਕਮ ਦੇ ਵਿੱਚ 17.5% ਦੀ ਕਮੀ ਦਰਜ ਕੀਤੀ ਗਈ। ਤਾਂ ਟਿਕਟਾਂ ਦੀ ਕੀਮਤ ਵਿੱਚ ਕਟੌਤੀ ਕੀ ਸੀ? ਤਾਂ ਦੇਖੋ ਟਿਕਟ ਕਿੰਨੇ ਰੁਪਏ ਘਟਾਈ ਗਈ ਸੀ, ਇਹ ਪੁੱਛਿਆ ਗਿਆ ਆਪਾਂ ਨੂੰ। ਠੀਕ ਹੈ ਬੱਚੇ, ਦੁਬਾਰਾ ਦੇਖੋ, ਇੱਕ ਸਿਨੇਮਾ ਹਾਲ ਹੈ, ਉਸਦੀ ਜਿਹੜੀ ਟਿਕਟ ਹੈ ਬੱਚਿਓ, ਉਹ ਦੱਸਿਆ ਗਿਆ ਵੀ ₹250 ਸੀ, ਪਰ ਜਦੋਂ ਉਹ ਟਿਕਟ ਨੂੰ ਅਸੀਂ ਘਟਾਇਆ ਤਾਂ ਜਿਹੜਾ ਉਹਦਾ ਵਿਕਰੀ ਦਰ ਹੈ, ਯਾਨੀ ਟਿਕਟਾਂ 50% ਵੱਧ ਵਿਕਣ ਲੱਗ ਗਈਆਂ, ਪਰ ਓਵਰਆਲ ਜਿਹੜੀ ਕਮੀ ਹੈ ਉਹ 17.5% ਦੀ ਦਰਜ ਕੀਤੀ ਗਈ। ਤਾਂ ਟਿਕਟ ਦੀ ਕੀਮਤ ਵਿੱਚ ਕੀ ਕਟੌਤੀ ਸੀ? ਸੋ ਦੇਖੋ ਜੀ, ਇਹਨੂੰ ਕਿਵੇਂ ਕਰਾਂਗੇ। ਮੰਨ ਲਓ ਅਗਰ ਪਹਿਲਾਂ ਟਿਕਟ ਦਾ ਪ੍ਰਾਈਸ ਕੀ ਸੀ ਸਾਡਾ, ਦੇਖੋ ਪ੍ਰਤੀਸ਼ਤ ਇਸ ਕਰਕੇ 100 ਲੈ ਕੇ ਚੱਲਾਂਗੇ ਵੀ ₹100 ਪ੍ਰਾਈਸ ਸੀ ਤੇ ਕੁਆਂਟੀਟੀ ਟਿਕਟਾਂ ਕਿੰਨੀਆਂ ਵਿਕਦੀਆਂ ਸੀ? 100 ਹੀ ਟਿਕਟਾਂ ਵਿਕਦੀਆਂ ਸੀ। ਤਾਂ ਸਾਡੇ ਕੋਲ ਜਿਹੜੇ ਪੈਸੇ ਇਕੱਠੇ ਹੁੰਦੇ ਸੀ, ਕੁੱਲ ਰਕਮ ਇਕੱਠੀ ਹੁੰਦੀ ਸੀ, ਸੋ ਆਪਾਂ ਕਹਿ ਦਾਂਗੇ ਇੰਨੀ ਰਕਮ ਇਕੱਠੀ ਹੁੰਦੀ ਸੀ, ਨੈਟ ਅਮਾਊਂਟ। ਠੀਕ ਹੈ, ਜੇ ₹100 ਟਿਕਟ ਦਾ ਪ੍ਰਾਈਸ ਸੀ, 100 ਕੁਆਂਟੀਟੀਆਂ ਸੀ, ਤਾਂ ਵਿਕਦੀਆਂ 100 ਟਿਕਟਾਂ ਹੀ ਵਿਕਦੀਆਂ ਸੀ, ਤਾਂ ਸਾਡੇ ਕੋਲ ਇੰਨੇ ਪੈਸੇ ਇਕੱਠੇ ਹੁੰਦੇ ਸੀ। ਹੁਣ ਟਿਕਟ ਦਾ ਪ੍ਰਾਈਸ ਅਸੀਂ ਕੀ ਰੱਖੀਏ ਪਤਾ ਨਹੀਂ, ਪਰ ਟਿਕਟਾਂ 50% ਵੱਧ ਵਿਕਣ ਲੱਗ ਗਈਆਂ, ਯਾਨੀ ਕਿ 150 ਟਿਕਟਾਂ ਵਿਕਣ ਲੱਗ ਗਈਆਂ, ਪਰ ਓਵਰਆਲ ਪੈਸੇ 17.5% ਦਾ ਨੁਕਸਾਨ ਹੋਇਆ। ਯਾਨੀ ਕਿ ਇਹਦਾ 17.5% ਕੀ ਹੋਇਆ? ਦੇਖੋ ਜੇ ਆਪਾਂ ਕੱਢੀਏ ਇਹਦਾ 17.5%, ਕਹਿਣ ਦਾ ਮਤਲਬ ਇਹ ਪੁਆਇੰਟ ਹਟਾ ਕੇ ਨੀਚੇ 10 ਲਾ ਲਿਆ, ਸੋ 3 ਜ਼ੀਰੋਆਂ ਕੱਟ ਗਈਆਂ, ਸੋ ਓਵਰਆਲ 1750 ਦਾ ਨੁਕਸਾਨ ਹੋਇਆ। ਸੋ ਕਹਿਣ ਦਾ ਮਤਲਬ ਅਗਰ ਇਹ ਚੋਂ 1750 ਘਟਾ ਦਈਏ, 10,000 ਦੇ ਵਿੱਚੋਂ 1750 ਘਟਾਈਏ ਤਾਂ ਹੁਣ ਵਿਕਰੀ ਕਿੰਨੇ ਦੀ ਹੋ ਰਹੀ ਹੈ? ਆਪਾਂ ਕਹਿ ਦਾਂਗੇ ਬੱਚੇ 9 7 ਕੱਢੇ 2 ₹8250 ਦੀ ਹੋ ਰਹੀ ਹੈ। ਯਾਨੀ ਕਿ ਅਗਰ ਹੁਣ ₹8250 ਦੀ ਸੇਲ ਹੋ ਰਹੀ ਹੈ ਤਾਂ ਹਰੇਕ ਟਿਕਟ ਦਾ ਪ੍ਰਾਈਸ ਕਿੰਨਾ ਹੋ ਗਿਆ? 8250 ਡਿਵਾਈਡਡ ਬਾਈ 150। ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ 15 ਤੀਏ 75, 15 ਤੀਏ 75, ਫਿਰ 15 5 75 ਕਿੰਨੀ ਹੁੰਦਾ ਬਜੇ? 15 5 75 ਹੁੰਦਾ ਵੀ 15 5 75, 15 5 75। ਠੀਕ ਹੈ ਬੱਚੇ, ਸੋ ਹੁਣ ਟਿਕਟ ਦਾ ਪ੍ਰਾਈਸ ਕਿੰਨਾ ਰਹਿ ਗਿਆ? ₹55 ਰਹਿ ਗਿਆ। ਯਾਨੀ ਕਿ ਟਿਕਟ ਦਾ ਪ੍ਰਾਈਸ ਹੁਣ ਕਿੰਨਾ ਰਹਿ ਗਿਆ? ₹55 ਰਹਿ ਗਿਆ। ਸੋ ਪਹਿਲਾਂ 100 ਸੀ ਟਿਕਟ ਦਾ ਪ੍ਰਾਈਸ, ਹੁਣ ₹55 ਰਹਿ ਗਿਆ। ਯਾਨੀ ਕਿ ਕਿੰਨੇ ਦੀ ਡਿਸਕਾਊਂਟ, ਕਿੰਨਾ ਕਟੌਤੀ ਹੋਈ? 45% ਦੀ ਕਟੌਤੀ ਹੋਈ। ਸੇਮ ਆਪਾਂ ₹250 ਚ 45% ਦੀ ਕਟੌਤੀ ਕਰਾਂਗੇ, ਸੋ ਦੇਖਦੇ ਹਾਂ ਕੀ ਪ੍ਰਾਈਸ ਹੋਊਗਾ। ਸੋ 0 ਨਾਲ 0 ਗਿਆ, 5 ਦੂਣੀ 10, 5 5 25, ਸੋ ਇਹ ਆ ਗਿਆ 5 5 25 ਆ ਗਿਆ, 5 ਚੌਕਾ 20, 222। ਠੀਕ ਹੈ ਬੱਚੇ, ਬਟੇ 2 ਕਰਾਂਗੇ, ਸੋ ਅਸੀਂ ਕਹਿ ਦਾਂਗੇ ਜਿਹੜੀ ਟਿਕਟ ਹੈ ਹੁਣ 100, ਟਿਕਟ ਦੀ ਕਟੌਤੀ ਕਿੰਨੀ ਕੀਤੀ? 112.5 ਦੀ ਕਟੌਤੀ ਕੀਤੀ ਗਈ। ਦੁਬਾਰਾ ਦੇਖੋ ਬੱਚੇ, ਅਸੀਂ ਇੱਥੋਂ ਇਹ ਕੱਢ ਲਿਆ ਕਿ ਟਿਕਟ ਜੇ ਪਹਿਲਾਂ ₹100 ਦੀ ਸੀ ਤਾਂ ਹੁਣ ₹55 ਦੀ ਵਿਕਰੀ ਹੈ, ਤਾਂ ਇਹਦੇ ਵਿੱਚ 45% ਦੀ ਕਟੌਤੀ ਕੀਤੀ ਗਈ। ਯਾਨੀ ਜੋ ਵੀ ਟਿਕਟ ਦਾ ਪ੍ਰਾਈਸ ਹੈ ਉਹਦੇ ਵਿੱਚ 45% ਦੀ ਕਟੌਤੀ ਕੀਤੀ ਗਈ, ਯਾਨੀ ਕਿ ₹112.50 ਦੀ ਕਟੌਤੀ ਕੀਤੀ ਗਈ। ਠੀਕ ਹੈ ਗਾਇਸ, ਸੋ ਇਸ ਕੁਐਸਚਨ ਦਾ ਆਨਸਰ ਸਹੀ ਕੀ ਸੀ? ₹112.50। ਆਓ ਅਗਲਾ ਕੁਐਸਚਨ ਦੇਖਦੇ ਹਾਂ। ਕਹਿੰਦਾ ₹800 ਦੀ ਇੱਕ ਰਕਮ ਸਧਾਰਨ ਵਿਆਜ ਤੇ 8 ਸਾਲਾਂ ਵਿੱਚ ₹920 ਹੋ ਜਾਂਦੀ ਹੈ। ਜੇ ਵਿਆਜ ਦੀ ਦਰ 8% ਵਧਾ ਦਿੱਤੀ ਜਾਵੇ ਤਾਂ ਰਕਮ ਕੀ ਹੋ ਜਾਵੇਗੀ? ਦੁਬਾਰਾ ਸੁਣੋ ਬੱਚਿਓ, ਉਹ ਕਹਿੰਦਾ ਇੱਕ ₹800 ਦੀ ਰਕਮ ਸੀ, ਮੰਨ ਲਓ ਸਾਡੇ ਕੋਲ ਇੱਕ ₹800 ਦੀ ਰਕਮ ਸੀ, ਉਹ ਵਿਆਜ ਲੱਗ ਕੇ 8 ਸਾਲਾਂ ਵਿੱਚ ਕਿੰਨੀ ਹੋ ਗਈ? ₹920 ਹੋ ਗਈ। ₹800 ਦੀ ਰਕਮ ਸੀ, ਵਿਆਜ ਲੱਗ ਕੇ 8 ਸਾਲਾਂ ਵਿੱਚ ਕਿੰਨੀ ਹੋ ਗਈ? ₹920 ਹੋ ਗਈ। ਉਹ ਕਹਿੰਦਾ ਜੇਕਰ ਵਿਆਜ ਦੀ ਦਰ ਜੋ ਪਹਿਲਾਂ ਸੀ ਉਸ ਨੂੰ ਅਸੀਂ 8% ਵਧਾ ਦਿੱਤੀ ਜਾਵੇ ਤਾਂ ਰਕਮ ਕੀ ਹੋਗੀ? ਬੱਚੇ ਦੇਖੋ ਕੁਐਸਚਨ ਬੜਾ ਈਜ਼ੀ ਹੈ, ਕਾਫੀ ਬੱਚੇ ਇਹਨੂੰ ਫਾਰਮੂਲੇ ਨਾਲ ਕਰਨ ਲੱਗ ਜਾਣਗੇ। ਦੇਖੋ ਸਿੰਪਲ ਜੀ ਗੱਲ ਹੈ, ਜਿੰਨੀ ਰਕਮ ਪਹਿਲਾਂ ਸੀ ਉਨੀ ਤਾਂ ਬਣੂਗੀ ਹੀ ਬਣੂਗੀ। ਜੇ ਤੁਸੀਂ ਵਿਆਜ ਦੀ ਦਰ 8% ਵਧਾ ਦੋਗੇ ਤਾਂ ਕਹਿਣ ਦਾ ਮਤਲਬ ਤੁਹਾਨੂੰ 8% ਵਿਆਜ ਜ਼ਿਆਦਾ ਮਿਲੂਗਾ ਪਹਿਲਾਂ ਨਾਲੋਂ। ਯਾਨੀ ਕਿ ਹੁਣ ਤੁਹਾਨੂੰ 1 ਸਾਲ ਦਾ ਵਿਆਜ ਹੈ ਜਿਹੜਾ ਉਹ ₹64 ਜ਼ਿਆਦਾ ਮਿਲੂਗਾ। ਦੇਖੋ ਤੁਸੀਂ 8% ਦਰ ਜ਼ਿਆਦਾ ਰੱਖੀ ਹੈ, ਸੋ ਕਹਿਣ ਦਾ ਮਤਲਬ ਤੁਹਾਨੂੰ ਵਿਆਜ 8% ਜ਼ਿਆਦਾ ਮਿਲੂਗਾ 1 ਸਾਲ ਦਾ। ਪਰ ਤੁਸੀਂ 8 ਸਾਲ ਲਈ ਰੱਖੀ ਹੈ, ਯਾਨੀ ਕਿ ਤੁਹਾਨੂੰ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਵਿਆਜ ਮਿਲੂਗਾ? 8 ਚੌਕਾ 32, 8 ਛਿਕਾ 48, 48 ਦਿਨ ਕਿੰਨਾ ਹੋ ਗਿਆ? 51। ਯਾਨੀ ਕਿ ਤੁਹਾਡੀ ₹512 ਵਿਆਜ ਜ਼ਿਆਦਾ ਮਿਲੂਗਾ ਪਹਿਲਾਂ ਨਾਲੋਂ। ਦੇਖੋ ਜਿੰਨਾ ਪਹਿਲਾਂ ਮਿਲ ਰਿਹਾ ਉਹਨਾਂ ਤਾਂ ਮਿਲਣਾ ਹੀ ਮਿਲਣਾ ਹੈ। ਕਹਿਣ ਦਾ ਮਤਲਬ ਤੁਹਾਨੂੰ ₹512 ਵਿਆਜ ਹੋਰ ਮਿਲੂਗਾ। ਕਹਿਣ ਦਾ ਮਤਲਬ ਤੁਹਾਡੀ ਜਿਹੜੀ ਅਮਾਊਂਟ ਹੈ ਉਹ 512 ਵੱਧ ਹੋਊਗੀ, ਮਤਲਬ ₹400 1432 ਹੋਊਗੀ। ਸੋ ਸਾਡਾ ਇਸ ਕੁਐਸਚਨ ਦਾ ਆਨਸਰ ਸਹੀ ਕੀ ਹੈ?
1432 रुपए। देखो वो 800 रुपए अमाउंट सी वो 920 रुपए होगी, यानी कि ਇੰਨੀ ਤਾਂ ਹੋ ਗਈ। ਸਾਨੂੰ ਦਰ ਨਹੀਂ ਪਤਾ। ਉਹ ਕਹਿੰਦਾ ਜੇਕਰ 8% ਵਿਆਜ ਵਧਾ ਦਿੱਤਾ ਜਾਵੇ, ਜੇ ਤੁਹਾਨੂੰ 8% ਜ਼ਿਆਦਾ ਵਿਆਜ ਮਿਲੇ 1 ਸਾਲ ਦਾ, ਤਾਂ ਇਹਦਾ ਮਤਲਬ ਪ੍ਰਿੰਸੀਪਲ ਦੇ ਉੱਪਰ ਹੀ ਵਿਆਜ ਮਿਲੂਗਾ, ਯਾਨੀ 1 ਸਾਲ ਦਾ 64 ਰੁਪਏ ਜ਼ਿਆਦਾ ਵਿਆਜ ਮਿਲੂਗਾ ਪਹਿਲਾਂ ਨਾਲੋਂ। 8 ਸਾਲ ਲਈ ਰੱਖ ਰਹੇ ਹੋ ਤਾਂ 8 ਸਾਲ ਚ ਕਿੰਨਾ ਜ਼ਿਆਦਾ ਮਿਲੂਗਾ? 512, ਯਾਨੀ ਕਿ ਇੰਨਾ ਤਾਂ ਮਿਲਣਾ ਹੀ ਮਿਲਣਾ ਸੀ, ਇਨ ਤੋਂ ਵੱਧ 512 ਤੁਹਾਡੀ ਰਾਸ਼ੀ ਹੋਰ ਬਣ ਜੂਗੀ। ਕਹਿਣ ਦਾ ਮਤਲਬ ਤੁਹਾਡਾ ਜਿਹੜੀ ਅਮਾਉਂਟ ਹੈ ਉਹ ਕਿੰਨੀ ਬਣ ਜੂਗੀ? 1432 ਰੁਪਏ ਬਣ ਜੂਗੀ। ਆਓ ਅਗਲਾ ਕੁਐਸਚਨ ਦੇਖਦੇ ਹਾਂ। ਕਹਿੰਦਾ ਲਗਾਤਾਰ 5 ਓਡ ਨੰਬਰਾਂ ਦਾ ਜੋੜ 805 ਹੈ ਤਾਂ ਅਗਲਾ ਓਡ ਨੰਬਰ ਕੀ ਹੋਊਗਾ? ਅਗਲਾ ਓਡ ਨੰਬਰ ਕੀ ਹੋਊਗਾ? ਹੁਣ 5 ਓਡ ਨੰਬਰ ਨੇ, ਕੋਈ ਵੀ ਲਗਾਤਾਰ, ਉਹਨਾਂ ਦਾ ਜਿਹੜਾ ਜੋੜ ਹੈ ਬੱਚਿਓ ਉਹ 805 ਹੈ ਤਾਂ ਅਗਲਾ ਓਡ ਨੰਬਰ ਕੀ ਹੋਊਗਾ? ਸੋ ਅਸੀਂ ਮੰਨਦੇ ਹਾਂ, ਮੰਨ ਲਓ ਪਹਿਲਾ ਓਡ ਨੰਬਰ ਸਾਡਾ x ਹੈ, ਜਦੋਂ ਨਹੀਂ ਪਤਾ। ਹੁਣ ਦੇਖੋ ਜੇ ਮੰਨ ਲਓ ਤੁਹਾਡਾ ਪਹਿਲਾ ਓਡ ਨੰਬਰ 3 ਹੈ ਤਾਂ ਅਗਲਾ ਓਡ ਨੰਬਰ ਕੀ ਹੋਊਗਾ? 3 ਤੇ 2 5, ਯਾਨੀ ਕਿ 2 ਨੰਬਰਾਂ ਦਾ ਡਿਫਰੈਂਸ ਹੋਊਗਾ। ਯਾਨੀ ਕਿ ਇਹ ਪਹਿਲਾ ਓਡ ਨੰਬਰ ਹੈ ਤਾਂ ਅਗਲਾ ਓਡ ਨੰਬਰ ਦੇ ਵਿੱਚ 2 ਨੰਬਰਾਂ ਦਾ ਡਿਫਰੈਂਸ ਹੋਊਗਾ, ਜਿਵੇਂ 5 ਆ ਗਿਆ। 5 ਤੋਂ ਅਗਲਾ ਕੀ ਹੋਊਗਾ? 7, ਯਾਨੀ ਕਿ ਉਹ ਤੋਂ ਅਗਲੇ 'ਚ ਵੀ 2 ਦਾ ਡਿਫਰੈਂਸ ਹੋਊਗਾ, ਯਾਨੀ ਕਿ ਉਹ ਤੋਂ ਅਗਲੇ ਦੇ ਵਿੱਚ ਵੀ 2 ਦਾ ਡਿਫਰੈਂਸ। ਇਸੇ ਤਰ੍ਹਾਂ ਮਤਲਬ ਹਰੇਕ ਓਡ ਨੰਬਰ ਦੇ ਵਿੱਚ 2-2 ਦਾ ਡਿਫਰੈਂਸ ਹੋਊਗਾ। ਅਸੀਂ ਇਹ ਮੰਨ ਲਿਆ ਵੀ ਇਹ 5 ਓਡ ਨੰਬਰ ਨੇ, ਪਹਿਲਾ x, ਉਹ ਤੋਂ ਅਗਲਾ x+2, ਉਹ ਤੋਂ ਅਗਲਾ x+2, 4, ਉਹ ਤੋਂ ਅਗਲਾ x+6, ਉਹ ਤੋਂ ਅਗਲਾ x+8, ਕਿਉਂਕਿ ਹਰੇਕ ਓਡ ਨੰਬਰ ਦੇ ਵਿੱਚ 2-2 ਨੰਬਰਾਂ ਦਾ ਫਰਕ ਹੁੰਦਾ ਹੈ। ਉਹ ਕਹਿੰਦਾ ਇਹਨਾਂ ਸਾਰੇ ਨੰਬਰਾਂ ਦਾ ਜਿਹੜਾ ਜੋੜ ਹੈ ਉਹ ਕਿਹਦੇ ਬਰਾਬਰ ਹੈ? 805 ਦੇ ਬਰਾਬਰ ਹੈ। ਇਹਨਾਂ ਸਾਰੇ ਨੰਬਰਾਂ ਦਾ ਓਡ ਨੰਬਰਾਂ ਦਾ ਜੋੜ ਕਿੰਨਾ ਹੈ? 805। तो देखते हैं 1 2 3 4 5x, यानी कि 5x हो गया। एक की हो गए 2 4 6 6 6 12 12 ਤੇ 8 ਕੀ ਹੋ ਗਏ 20 ਬਰਾਬਰ ਹੈ 805। ਸੋ ਇਹ ਹੋ ਗਿਆ ਤੁਹਾਡੇ ਕੋਲ 5x ਬਰਾਬਰ ਹੈ 805 ਦੇ ਵਿੱਚੋਂ ਅਸੀਂ 20 ਮਾਈਨਸ ਕਰ ਦਾਂਗੇ, ਯਾਨੀ ਕਿ 5x ਸਾਡੇ ਕੋਲ ਕਿਹਦੇ ਬਰਾਬਰ ਆ ਗਿਆ? ਇਹ ਆ ਗਿਆ ਤੁਹਾਡੇ ਕੋਲ 5 ਔਰ 10 2 ਕੜੇ 8, ਯਾਨੀ ਕਿ 785 ਦੇ ਬਰਾਬਰ ਆ ਗਿਆ। ਸੋ x ਦੀ ਵੈਲਿਊ ਆ ਗਈ ਤੁਹਾਡੀ 785 ਡਿਵਾਈਡਡ ਬਾਈ 5, ਯਾਨੀ ਕਿ ਤੁਸੀਂ ਕਹਿ ਸਕਦੇ ਹੋ 5 ਏਕਮ 5, 2 ਬਚੇ ਕਿੰਨਾ ਹੋ ਗਿਆ ਆਪਣੇ ਕੋਲ 28, 5 5 25, 3 ਬਚ ਗਏ 5 7 35। ਸੋ ਯਾਨੀ ਕਿ ਸਾਡੇ ਕੋਲ ਜਿਹੜਾ x ਦੀ ਵੈਲਿਊ ਇਹ ਨੰਬਰ ਆ ਗਿਆ ਸਾਡੇ ਕੋਲ 157 ਆ ਗਿਆ। ਅਗਰ ਇਹ ਓਡ ਨੰਬਰ 157 ਹੈ ਤਾਂ ਅਗਲਾ ਕੀ ਹੋ ਗਿਆ 159, ਇਹ ਕੀ ਹੋ ਗਿਆ 161, ਇਹ ਹੋ ਗਿਆ 163, ਇਹ ਕੀ ਹੋ ਗਿਆ 165। ਇਹ ਤੋਂ ਅਗਲਾ ਓਡ ਨੰਬਰ ਜਿਹੜਾ ਆਊਗਾ ਬੱਚਿਓ ਉਹ ਆਊਗਾ 167। ਸੋ ਉਹਨੇ ਇਹੀ ਪੁੱਛਿਆ ਅਗਲਾ ਓਡ ਨੰਬਰ ਦੱਸੋ ਕੀ ਆਊਗਾ। ਸੋ ਸਾਡਾ ਅਗਲਾ ਓਡ ਨੰਬਰ ਆਊਗਾ 167 ਓਡ ਨੰਬਰ ਆਊਗਾ। ਮੇਰੇ ਖਿਆਲ ਨਾਲ ਬੱਚਿਓ ਸਮਝ ਆਇਆ ਹੋਣਾ। ਠੀਕ ਹੈ, ਦੁਬਾਰਾ ਦੇਖ ਲਓ। ਇਹ ਆਪਣੇ ਕੋਲ 5 ਓਡ ਨੰਬਰ ਸੀ, x, x+2, x+4, x+6, x+8, ਇਹ 5 ਓਡ ਨੰਬਰ ਸੀ। ਇਹਨਾਂ ਦਾ ਜੋੜ 805 ਹੈ। ਅਸੀਂ ਇਹਨਾਂ ਦਾ ਜੋੜ ਕੱਢਿਆ ਤਾਂ x ਦੀ ਵੈਲਿਊ ਕੱਢੀ 157, ਯਾਨੀ ਕਿ ਪਹਿਲਾ ਓਡ ਨੰਬਰ 157 ਹੈ, ਦੂਜਾ 159, 161, 163, 165, ਤਾਂ ਇਸ ਤੋਂ ਅਗਲਾ ਕੀ ਆਊਗਾ 167 ਆ ਜਾਊਗਾ। ਠੀਕ ਹੈ ਬੱਚਿਓ, ਸੋ ਆਓ ਅਗਲੇ ਕੁਐਸਚਨ ਵੱਲ ਦੇਖਦੇ ਹਾਂ। ਕਹਿੰਦਾ ਹੇਠ ਲਿਖੀ ਲੜੀ ਪ੍ਰਸ਼ਨ ਚਿੰਨ੍ਹ ਦੀ ਥਾਂ ਤੇ ਕੀ ਆਏਗਾ? ਯਾਨੀ ਕਿ ਇੱਕ ਤੁਹਾਨੂੰ ਨੰਬਰ ਸੀਰੀਜ਼ ਦਿੱਤੀ ਹੋਈ ਹੈ, ਸੀਰੀਜ਼ ਦਿੱਤੀ ਹੋਈ ਹੈ ਤੇ ਤੁਹਾਨੂੰ ਪੁੱਛਿਆ ਗਿਆ ਇਸ ਸੀਰੀਜ਼ ਦੇ ਵਿੱਚ ਅਗਲਾ ਨੰਬਰ ਕਿਹੜਾ ਆਵੇਗਾ। ਸੋ ਇਹ ਪੁੱਛਿਆ ਗਿਆ। ਤੁਸੀਂ ਦੇਖੋ ਇੱਥੇ 3 ਤੋਂ 6 ਆਇਆ ਤਾਂ ਕਿੰਨੇ ਪਲੱਸ ਹੋਏ? 3 ਪਲੱਸ ਹੋਏ। 6 ਤੋਂ 15 ਆਇਆ ਤਾਂ ਕਿੰਨੇ ਪਲੱਸ ਹੋਏ? 9 ਪਲੱਸ ਹੋਏ। 9 15 ਤੋਂ 42 ਆਇਆ ਕਿੰਨੇ ਪਲੱਸ ਹੋਏ? 27 ਪਲੱਸ ਹੋਏ। ਇਸੇ ਤਰ੍ਹਾਂ 42 ਤੋਂ 123 ਆਇਆ ਤਾਂ ਤੁਸੀਂ ਕਹਿ ਦੋਗੇ 81 ਪਲੱਸ ਹੋਏ। ਇਹ ਦੇਖੋ ਪਹਿਲਾਂ 3 3 ਗੁਣਾ 3 9 9 ਤੀਆ, ਇਹ 3 ਗੁਣਾ 3 ਪਹਿਲਾਂ 9 ਆਇਆ, 9 ਤੀਆ 27 ਪਲੱਸ ਹੋਏ, 27 ਤੀਆ 81 ਪਲੱਸ ਹੋਏ। ਇਸੇ ਤਰ੍ਹਾਂ ਅੱਗੇ ਕਿੰਨੇ ਪਲੱਸ ਹੋਣਗੇ? 81 ਤੀਆ 243, तो 243 ਪਲੱਸ ਹੋ ਜਾਣਗੇ। ਜੇ ਅਸੀਂ 123 ਦੇ ਵਿੱਚ 243 ਪਲੱਸ ਕਰਦੇ ਹਾਂ ਕੀ ਆਊਗਾ? 3 3 6, 2 ਤੇ 4 6, 2 ਤੇ 1 3, ਯਾਨੀ ਕਿ ਕੀ ਆ ਜਾਊਗਾ 366 ਆ ਜਾਊਗਾ। तो ਸਾਡਾ ਆਨਸਰ ਕੀ ਆ ਜਾਊਗਾ? 366 ਆ ਜਾਊਗਾ। ਜਿਵੇਂ 3 6 15 42 123 ਹੈ। ਸੋ ਅਸੀਂ ਦੇਖਿਆ ਪਹਿਲਾਂ 3 ਐਡ ਹੋਏ, ਫਿਰ 6 ਐਡ ਹੋਏ, ਫਿਰ 27 ਐਡ ਹੋਏ, ਫਿਰ 81 ਐਡ ਹੋਏ। ਇਸੇ ਤਰ੍ਹਾਂ ਅੱਗੇ ਕੀ ਐਡ ਹੋਊਗਾ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਕਹਿੰਦਾ ਜੇਕਰ ਇੱਕ ਨੰਬਰ ਹੈ ਤੁਹਾਡੇ ਕੋਲ 418 544 ਤੇ ਨਾਲ ਹੀ ਇੱਥੇ ਲਿਖਤਾ ਉਹਨੇ x
ਤੇ 8 ਇਹਨੂੰ ਅਗਰ ਪੂਰੀ ਤਰ੍ਹਾਂ 8 ਨਾਲ ਵੰਡਿਆ ਜਾਵੇ, ਇਹ 8 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਹੈ, ਯਾਨੀ ਕਿ ਇਹ ਨੰਬਰ ਹੈ ਜਿਹੜਾ ਇਹ 8 ਤੇ ਵਿਭਾਜਿਤ ਹੈ। ਤਾਂ ਕਹਿੰਦਾ x ਦੀ ਥਾਂ ਤੇ ਸਭ ਤੋਂ ਛੋਟੀ ਸੰਖਿਆ ਪਤਾ ਕਰੋ 0 ਤੋਂ ਬਿਨਾ ਕੀ ਹੋਵੇਗੀ, ਯਾਨੀ ਕਿ 0 ਨਹੀਂ ਲੈਣਾ, 0 ਤੋਂ ਇਲਾਵਾ ਹੋਰ ਕੀ ਨੰਬਰ ਆ ਸਕਦਾ। तो देखो इथे ਅਸੀਂ ਥੋੜਾ ਜਿਹਾ ਇੱਥੇ x, ਇਹ x ਹੈ, ਠੀਕ ਹੈ, ਇਹ ਕੀ ਹੈ x, ਇੱਥੇ ਕੀ ਆਊਗਾ। ਦੇਖੋ 8 ਦੀ ਡਿਵੀਜ਼ਿਬਿਲਟੀ ਦਾ ਰੂਲ ਕੀ ਹੈ ਵੀ ਜਿਹੜੇ ਲਾਸਟ ਵਾਲੇ ਤਿੰਨ ਨੰਬਰ ਨੇ ਉਹ 8 ਤੇ ਡਿਵਾਈਡ ਹੋਣੇ ਚਾਹੀਦੇ ਨੇ, ਯਾਨੀ ਕਿ ਲਾਸਟ ਵਾਲੇ ਤਿੰਨ ਨੰਬਰ ਯਾਨੀ ਕਿ 4 x ਤੇ 8 ਹੈ, ਇਹ 4 ਤੇ ਡਿਵਾਈਡ ਹੋਣਾ ਚਾਹੀਦਾ, ਸੌਰੀ 8 ਤੇ ਡਿਵਾਈਡ ਹੋਣਾ ਚਾਹੀਦਾ ਲਾਸਟ ਵਾਲੇ ਤਿੰਨ ਨੰਬਰ। ਹੁਣ 0 ਹੁੰਦੀ ਹੈ ਪਰ 0 ਅਸੀਂ ਲੈਣੀ ਨਹੀਂ, ਤੇ ਜੇ ਮੈਂ ਇੱਥੇ 1 ਲਵਾਂ, ਜੇ ਮੈਂ ਇੱਥੇ 1 ਲਿਖ ਦਿੰਦਾ ਦੇਖੋ ਬੱਚੇ, ਤਾਂ ਇਹ ਹੋ ਜਾਂਦਾ 418। ਜੇ 418 ਨੂੰ ਮੈਂ 8 ਨਾਲ ਭਾਗ ਕਰਕੇ ਦੇਖਦਾ, 8 5 40 ਬਚ ਗਿਆ 18, 8 ਦੇ ਟੇਬਲ ਤੇ 18 ਨਹੀਂ ਆਉਂਦਾ, ਸੋ ਇਹਦਾ ਮਤਲਬ ਇੱਕ ਇੱਥੇ ਨਹੀਂ ਆਊਗਾ। ਅਗਰ ਮੈਂ 2 ਪੁੱਟ ਕਰਦਾ ਤਾਂ ਇੱਥੇ ਕੀ ਹੋ ਗਿਆ 428, ਸੋ 428 ਨੂੰ ਮੈਂ ਅਗਰ 8 ਨਾਲ ਭਾਗ ਕਰਕੇ ਦੇਖਾਂ, 8 5 40 ਤਾਂ ਕਿੰਨਾ ਬਚ ਗਿਆ 28, 8 ਦੇ ਟੇਬਲ ਤੇ ਫਿਰ 28 ਨਹੀਂ ਆਉਂਦਾ, ਯਾਨੀ ਕਿ ਇੱਥੇ 2 ਵੀ ਨਹੀਂ ਆਣਾ। ਅਗਰ ਮੈਂ ਇੱਥੇ 4 ਪੁੱਟ ਕਰਕੇ ਦੇਖਦਾ, ਕੀ ਪੁੱਟ ਕਰਕੇ ਦੇਖਦਾ 4, ਸੋ ਇਹ ਆ ਜਾਊਗਾ 448 ਆ ਜਾਊਗਾ। ਹੁਣ 448 ਨੂੰ ਅਗਰ ਮੈਂ 8 ਨਾਲ ਭਾਗ ਕਰਕੇ ਦੇਖਾਂ, 8 5 40, ਸੋ ਬਾਕੀ ਬਚ ਗਿਆ 4 48, 8 ਦੇ ਟੇਬਲ ਤੇ 48 ਆਉਂਦਾ ਹੈ, ਯਾਨੀ ਕਿ 8 ਛਿੱਕਾ 48, ਸੋ ਇਹ ਪੂਰਾ ਨੰਬਰ ਡਿਵਾਈਡ ਹੋ ਜਾਂਦਾ, ਯਾਨੀ ਕਿ ਇੱਥੇ x ਦੀ ਥਾਂ ਤੇ ਕੀ ਆਊਗਾ 4 ਆਊਗਾ। ਸੋ ਇਹਦਾ ਕੁਐਸਚਨ ਦਾ ਆਨਸਰ ਕੀ ਆਊਗਾ 4 ਆ ਜਾਊਗਾ, ਠੀਕ ਹੈ ਜੀ। ਇਸ ਕੁਐਸਚਨ ਦਾ ਆਨਸਰ ਕੀ ਆਊਗਾ 4। ਸੋ ਅਗਲਾ ਕੁਐਸਚਨ ਦੇਖਦੇ ਹਾਂ। ਕਹਿੰਦਾ ਇੱਕ ਰਕਮ ਮਿਸ਼ਰਤ ਵਿਆਜ ਤੇ ਇੱਕ ਨਿਸ਼ਚਿਤ ਦਰ ਤੇ 3 ਸਾਲਾਂ ਵਿੱਚ 216/125 ਗੁਣਾ ਹੋ ਜਾਂਦੀ ਹੈ, ਵਿਆਜ ਦੀ ਦਰ ਲੱਭੋ। ਯਾਨੀ ਕਿ ਇੱਕ ਰਕਮ, ਠੀਕ ਹੈ, ਆਪਣੇ ਆਪ ਦਾ, ਯਾਨੀ ਕਿ ਇੱਕ ਰਕਮ, ਯਾਨੀ ਕਿ ਆਪਾਂ ਕਹਿ ਦਿੰਦੇ ਹਾਂ ਕੁਝ ਉਹ ਅਮਾਉਂਟ ਹੈ ਜਿਹੜੀ ਯਾਨੀ ਕਿ ਕੋਈ ਰਕਮ ਹੈ ਜਿਹੜੀ ਅਮਾਉਂਟ ਨੂੰ ਆਪਾਂ ਰਕਮ ਕਹਿ ਦਿੰਦੇ ਹਾਂ, ਉਹ ਕੀ ਬਣ ਜਾਂਦੀ ਹੈ 216/125 ਆਫ ਦਾ ਜਿੰਨੇ ਪੈਸੇ ਤੁਸੀਂ ਲਾਏ ਸੀ। ਤਾਂ ਦੇਖੋ ਇੱਥੋਂ ਅਸੀਂ ਕਹਿ ਸਕਦੇ ਹਾਂ ਅਮਾਉਂਟ ਪ੍ਰਿੰਸੀਪਲ ਨੂੰ ਅਗਰ ਥੱਲੇ ਲੈ ਆਈਏ ਤਾਂ ਮੈਂ ਕਹਿ ਦਾਂਗਾ ਵੀ ਜੇ ਮੈਂ 125 ਰੁਪਏ ਲਗਾਏ ਸੀ, ਕਿੰਨੇ ਰੁਪਏ ਲਗਾਏ ਸੀ 125 ਰੁਪਏ ਲਗਾਏ ਸੀ, ਤਾਂ ਉਹ 3 ਸਾਲਾਂ ਚ ਕਿੰਨੇ ਬਣ ਗਏ 216 ਰੁਪਏ ਬਣ ਗਏ, ਕਿੰਨੇ ਬਣ ਗਏ 216 ਰੁਪਏ ਬਣ ਗਏ, ਠੀਕ ਹੈ। ਦੇਖੋ ਦੁਬਾਰਾ ਜੇ ਇੱਕ ਅਮਾਉਂਟ ਆਪਣੀ ਕੀ ਬਣ ਗਈ 216/125, 216/125 ਯਾਨੀ ਕਿ ਅਮਾਉਂਟ ਇਹ ਪ੍ਰਿੰਸੀਪਲ ਦਾ ਬਣੂਗੀ, ਅਸੀਂ ਪ੍ਰਿੰਸੀਪਲ ਯਾਨੀ ਕਿ ਮੁਲਧਨ ਨੂੰ ਥੱਲੇ ਲਿਆਏ 216/125, ਯਾਨੀ ਕਿ ਤੁਹਾਡਾ 125 ਲਗਾਏ ਸੀ ਤਾਂ ਉਹ ਰਾਸ਼ੀ ਤੁਹਾਡੀ 3 ਸਾਲਾਂ ਚ 216 ਰੁਪਏ ਬਣ ਜਾਂਦੀ ਹੈ। ਹੁਣ ਤੁਸੀਂ ਵਿਆਜ ਦੀ ਦਰ ਲੱਭਣੀ ਹੈ। ਦੇਖੋ ਚ ਮੈਂ ਆਪਾਂ ਤੁਹਾਨੂੰ ਇਹ ਸਮਝ ਕੇ ਚੱਲ ਰਹੇ ਹਾਂ ਵੀ ਤੁਹਾਨੂੰ ਥੋੜਾ ਬਹੁਤਾ ਆਉਂਦਾ ਹੈ। ਦੇਖੋ ਜਿਵੇਂ ਵਿਆਜ ਕੱਢਣਾ ਹੋਵੇ ਨਾ, ਜਿੰਨਾ ਗੈਪ ਹੁੰਦਾ ਹੈ, ਮੰਨ ਲਓ ਇਹਨਾਂ ਚ 3 ਸਾਲ ਦਾ ਗੈਪ ਹੈ, ਤਾਂ ਜੇ 3 ਸਾਲ ਦਾ ਗੈਪ ਹੈ ਤਾਂ ਅਸੀਂ ਇਹਨਾਂ ਦਾ ਕਿਊਬ ਰੂਟ ਕੱਢ ਦਿੰਦੇ ਹਾਂ। ਅਗਰ 2 ਸਾਲ ਦਾ ਗੈਪ ਹੈ ਤਾਂ ਅਸੀਂ ਇਹਨਾਂ ਦਾ ਸਕੁਅਰ ਰੂਟ ਕੱਢ ਦਿੰਦੇ ਹਾਂ। ਜਿਵੇਂ 125 ਦਾ ਕਿਊਬ ਰੂਟ ਕਿੰਨਾ ਆ ਗਿਆ ਬੱਚੇ 5, 216 ਦਾ ਕਿਊਬ ਰੂਟ ਕੀ ਆ ਗਿਆ 6, ਯਾਨੀ ਕਿ ਅਗਰ ਤੁਹਾਡੀ ਰਾਸ਼ੀ 5 ਰੁਪਏ ਸੀ ਤਾਂ ਉਹ 6 ਰੁਪਏ ਬਣ ਗਈ, ਤਾਂ ਵਿਆਜ ਕਿੰਨਾ ਲੱਗਿਆ 1 ਰੁਪਏ ਲੱਗਿਆ, ਔਰ 1 ਰੁਪਏ ਵਿਆਜ ਲੱਗਾ ਕਿਹਦੇ ਉੱਪਰ ਹੈ 5 ਦੇ ਉੱਪਰ, ਤਾਂ 1 5 ਦਾ ਕਿੰਨੇ ਪ੍ਰਤੀਸ਼ਤ ਹੈ, ਤਾਂ ਤੁਸੀਂ ਦੱਸ ਸਕਦੇ ਹੋ ਵੀ 20% ਵਿਆਜ ਲੱਗਿਆ, ਕਿੰਨਾ ਲੱਗਿਆ 20%, ਠੀਕ ਹੈ ਬੱਚਿਓ। ਦੇਖੋ ਮੈਂ ਤੁਹਾਨੂੰ ਦੱਸ ਵੀ ਦਿੰਦਾ, ਜੇ ਤੁਸੀਂ ਇਹਨੂੰ ਦੂਜੇ ਤਰੀਕੇ ਨਾਲ ਵੀ ਕਰਨਾ ਹੈ ਤਾਂ ਇਹ ਫਾਰਮੂਲਾ ਹੁੰਦਾ ਹੈ A = P 1 + R/100 ਦੀ ਪਾਵਰ n। ਤਾਂ ਤੁਹਾਡਾ ਅਮਾਉਂਟ ਹੈਗੀ 216, ਪ੍ਰਿੰਸੀਪਲ ਤੁਹਾਡਾ 125, 1 + 1 R/100 ਦੀ ਪਾਵਰ n ਹੈ, ਠੀਕ ਹੈ। 216/125 ਥੱਲੇ ਆ ਗਿਆ ਤਾਂ ਤੁਸੀਂ ਕਹਿ ਦੋਗੇ 1 + R/100 ਦੀ ਪਾਵਰ ਇੱਥੇ 3 ਹੈ ਜੀ, ਕਿਉਂਕਿ 3 ਸਾਲ ਹੈ। ਹੁਣ ਜਦੋਂ ਤੁਸੀਂ ਤਿੰਨੋਂ ਇੱਧਰ ਲਿਆਓਗੇ ਤਾਂ ਇਹ ਕਿਊਬ ਰੂਟ ਹੋ ਜਾਂਦਾ ਬੱਚੇ ਇਹਨਾਂ ਦਾ, 216/125 ਦਾ ਕਿਊਬ ਰੂਟ ਹੋ ਜਾਊਗਾ, ਯਾਨੀ ਕਿ 1 + R/100 ਆ ਗਿਆ, 216 ਦਾ ਕਿਊਬ ਰੂਟ 6/5 ਆ ਗਿਆ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਬੱਚੇ ਉਹੀ ਚੀਜ਼ ਆ ਜਾਣੀ ਹੈ, ਠੀਕ ਹੈ 20%। ਦੇਖੋ ਮੈਂ ਇੱਥੋਂ ਲਿਆ ਵੀ ਦੇਖੋ 3 ਸਾਲ ਦਾ ਗੈਪ ਹੈ, ਅਸੀਂ ਕੀ ਕਰ ਦੇਣਾ ਦਾ ਕਿਊਬ ਰੂਟ, ਅਗਰ ਇੱਥੇ 2 ਸਾਲ ਹੋਵੇ ਤਾਂ ਅਸੀਂ ਸਕੁਅਰ ਰੂਟ ਕਰ ਦਿੰਦੇ ਹਾਂ। ਸੋ ਇਹ ਮੈਥਡ ਬੱਚੇ ਥੋੜਾ ਜਿਹਾ ਜ਼ਿਆਦਾ ਈਜ਼ੀ ਹੈ ਇਹਦੇ ਨਾਲੋਂ ਜਿਹੜੇ ਦੂਜੇ ਨਾਲ। ਦੇਖੋ ਦੁਬਾਰਾ ਸੁਣ ਲਓ, ਆਪਣੇ ਕੋਲ 125 ਰੁਪਏ ਸੀ, ਉਹ ਕੀ ਬਣ ਗਏ 216 ਰੁਪਏ ਬਣ ਗਏ। ਅਗਰ ਗੈਪ ਤੁਹਾਡਾ 3 ਸਾਲ ਦਾ, ਦੇਖੋ 3 ਸਾਲ ਦਾ ਗੈਪ ਹੈ, ਆਪਾਂ ਇੱਥੋਂ ਚੱਕਿਆ ਕਿ ਅਗਰ 3 ਸਾਲ ਦਾ ਗੈਪ ਹੈ, ਠੀਕ ਹੈ ਜੀ, ਦੁਬਾਰਾ ਦੇਖੋ ਵੀ ਅਗਰ 3 ਸਾਲ ਦਾ ਗੈਪ ਹੈ ਤਾਂ ਇੱਥੇ ਕੀ ਹੋ ਜਾਊਗਾ ਕਿਊਬ ਰੂਟ ਬਣ ਜਾਊਗਾ। ਅਸੀਂ ਵੀ ਕੀ ਕਰਤਾ 3 ਸਾਲ ਦਾ ਗੈਪ ਹੈ ਤਾਂ ਕਿਊਬ ਰੂਟ ਕੱਢਤਾ ਇਹਨਾਂ ਦਾ।
125 ਦਾ ਕਿਊਬ ਰੂਟ 5 ਹੋ ਗਿਆ, 216 ਦਾ 6 ਹੋ ਗਿਆ, ਯਾਨੀ ਕਿ 5 ਤੋਂ 6 ਬਣ ਗਈ ਤਾਂ 1 ਰੁਪਇਆ ਵਿਆਜ ਲੱਗਿਆ ਕਿਹਦੇ ਉੱਪਰ 5 ਦੇ, ਤਾਂ 1 5 ਦਾ ਕਿੰਨੇ ਪ੍ਰਤੀਸ਼ਤ। ਠੀਕ ਹੈ ਬੱਚਿਓ। ਸੋ ਅਗਲਾ ਕੁਐਸਚਨ ਕਹਿੰਦਾ ਇੱਕ ਡੱਬੇ ਵਿੱਚ 5:2 ਦੇ ਅਨੁਪਾਤ ਵਿੱਚ 49 ਲੀਟਰ ਦੁੱਧ ਤੇ ਪਾਣੀ ਦਾ ਮਿਸ਼ਰਣ ਹੈ। ਯਾਨੀ ਕਿ ਇੱਕ ਡੱਬੀ ਦੇ ਵਿੱਚ 49 ਲੀਟਰ ਦੁੱਧ ਤੇ ਪਾਣੀ ਦਾ ਮਿਸ਼ਰਣ ਹੈ, ਦੁੱਧ ਤੇ ਪਾਣੀ ਦਾ ਮਿਸ਼ਰਣ ਹੈ ਤੇ ਉਹਨਾਂ ਦਾ ਅਨੁਪਾਤ 5:2 ਹੈ। ਠੀਕ ਹੈ। ਕਹਿੰਦਾ ਇਸ ਵਿੱਚ ਕਿੰਨਾ ਪਾਣੀ ਹੋਰ ਸ਼ਾਮਿਲ ਕੀਤਾ ਜਾਵੇ ਤਾਂ ਜੋ ਦੁੱਧ ਤੇ ਪਾਣੀ ਦਾ ਅਨੁਪਾਤ 7:4 ਹੋ ਜਾਵੇ। ਪਤਾ ਕਰਨਾ ਹੈ ਇਹਦੇ ਵਿੱਚ ਕਿੰਨਾ ਪਾਣੀ ਅਸੀਂ ਹੋਰ ਮਿਲਾਈਏ ਤਾਂ ਕਿ ਦੁੱਧ ਤੇ ਪਾਣੀ ਦਾ ਜਿਹੜਾ ਅਨੁਪਾਤ ਹੈ ਉਹ 7:4 ਹੋ ਜਾਵੇ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ 49 ਲੀਟਰ ਹੈ, ਇਹਦੇ ਵਿੱਚ 5 ਤੇ 2 ਦੇ ਵਿੱਚ ਉਹਦਾ ਅਨੁਪਾਤ ਹੈ ਦੁੱਧ ਤੇ ਪਾਣੀ ਦਾ, ਯਾਨੀ ਕਿ 7 ਹਿੱਸਿਆਂ ਵਿੱਚ। ਸੋ ਇੱਕ ਹਿੱਸੇ 7 ਲੀਟਰ ਦੇ ਬਰਾਬਰ ਆ ਗਿਆ। ਸੋ 5 ਹਿੱਸੇ ਦੁੱਧ ਦੇ ਨੇ, ਯਾਨੀ ਕਿ 5 7 35 ਲੀਟਰ ਦੁੱਧ ਹੈ ਤੇ 7 ਦੂਣੀ 14 ਲੀਟਰ ਕੀ ਹੈ, ਪਾਣੀ ਹੈ। ਠੀਕ ਹੈ ਜੀ। ਸੋ ਅਸੀਂ ਕਹਿ ਦਾਂਗੇ ਇੱਥੇ 35 ਲੀਟਰ ਦੁੱਧ ਹੈ ਇਹਦੇ ਵਿੱਚ ਤੇ 14 ਲੀਟਰ ਕੀ ਹੈ, ਪਾਣੀ ਹੈ। ਕਹਿੰਦਾ ਇਹਦੇ ਵਿੱਚ ਕਿੰਨਾ ਹੋਰ ਪਾਣੀ ਮਿਲਾਇਆ ਜਾਵੇ, ਪਾਣੀ ਮਿਲਾਣਾ ਹੈ। ਦੇਖੋ ਦੁੱਧ ਉਨਾ ਹੀ ਹੈ 35, ਪਾਣੀ ਕਿੰਨਾ ਮਿਲਾਇਆ ਜਾਵੇ। ਮੰਨ ਲਓ 14 ਪਲੱਸ x ਅਸੀਂ x ਲੀਟਰ ਪਾਣੀ ਮਿਲਾਤਾ ਤਾਂ ਜੋ ਰੇਸ਼ੋ 7:4 ਹੋ ਜਾਵੇ। ਰੇਸ਼ੋ ਕਿੰਨੀ ਹੋ ਜਾਏ, 7:4 ਹੋ ਜਾਵੇ। ਦੇਖੋ ਤੁਸੀਂ ਇਹਨੂੰ ਕ੍ਰਾਸ ਮਲਟੀਪਲਾਈ ਕਰਕੇ x ਦੀ ਵੈਲਿਊ ਵੀ ਕੱਢ ਸਕਦੇ ਹੋ, ਜਾਂ ਫਿਰ ਤੁਸੀਂ ਐਂ ਦੇਖੋ ਇੱਥੇ 7 ਪਾਰਟ ਦੁੱਧ ਦੇ ਨੇ ਜੋ ਕਿ ਕਿਹਦੇ ਬਰਾਬਰ ਨੇ, 35 ਲੀਟਰ ਦੇ ਬਰਾਬਰ ਨੇ। ਜੇ 7 ਪਾਰਟ 35 ਦੇ ਬਰਾਬਰ ਨੇ ਤਾਂ 4 ਪਾਰਟ ਕਿਹਦੇ ਬਰਾਬਰ ਹੋਣਗੇ ਫਿਰ, 7 ਜਾਂ 35 ਤੇ 4 5 ਕਿੰਨਾ ਹੋ ਗਿਆ, 20 ਲੀਟਰ, ਯਾਨੀ ਕਿ 20 ਲੀਟਰ ਪਾਣੀ ਹੋਣਾ ਚਾਹੀਦਾ। ਪਰ ਪਹਿਲਾਂ ਤਾਂ 14 ਲੀਟਰ ਪਾਣੀ ਸੀ, ਬਾਅਦ ਚ 20 ਲੀਟਰ ਹੋ ਗਿਆ। ਸੋ ਸਾਨੂੰ ਕਿੰਨਾ ਪਾਣੀ ਹੋਰ ਮਿਲਾਣਾ ਪਊਗਾ, 6 ਲੀਟਰ ਪਾਣੀ ਹੋਰ ਮਿਲਾਣਾ ਪਊਗਾ। ਸੋ ਇਸ ਕੁਐਸਚਨ ਦਾ ਸਹੀ ਆਨਸਰ ਆਊਗਾ 6 ਲੀਟਰ ਪਾਣੀ ਸਾਨੂੰ ਹੋਰ ਮਿਲਾਣਾ ਪਊਗਾ। ਦੁਬਾਰਾ ਦੇਖ ਲਓ ਬੱਚਿਓ, 49 ਲੀਟਰ ਹੈ ਉਹਦੇ ਵਿੱਚ 5:2 ਦੇ ਵਿੱਚ ਹੈ, ਯਾਨੀ ਕਿ 49 ਨੂੰ 7 ਹਿੱਸਿਆਂ ਚ ਡਿਵਾਈਡ ਕੀਤਾ, ਇੱਕ ਹਿੱਸਾ 7 ਲੀਟਰ ਦੇ ਬਰਾਬਰ ਆ ਗਿਆ। ਠੀਕ ਹੈ ਬੱਚਿਓ। ਸੋ 35 ਲੀਟਰ ਦੁੱਧ ਹੋ ਗਿਆ ਐਂਡ 14 ਲੀਟਰ ਕੀ ਹੋ ਗਿਆ ਬੱਚੇ, ਪਾਣੀ ਹੋ ਗਿਆ। ਇਹਨੂੰ ਵਿੱਚ ਕਿੰਨਾ ਪਾਣੀ ਹੋਰ ਮਿਲਾਈਏ ਤਾਂ ਕਿ 7:4 ਹੋ ਜਾਵੇ। ਤਾਂ 7 ਪਾਰਟ ਹੈ ਜਿਹੜੇ ਦੁੱਧ ਦੇ ਨੇ ਜੋ ਕਿ 35 ਲੀਟਰ ਦੇ ਬਰਾਬਰ ਨੇ, ਤਾਂ ਇੱਕ ਪਾਰਟ 5 ਲੀਟਰ ਦੇ ਬਰਾਬਰ ਹੋ ਗਿਆ, ਤਾਂ 4 ਪਾਰਟ ਕਿੰਨੇ ਹੋ ਗਏ, 4 5 20 ਲੀਟਰ ਦੇ ਬਰਾਬਰ ਹੋ ਗਏ। ਯਾਨੀ ਕਿ ਹੁਣ 20 ਲੀਟਰ ਪਾਣੀ ਹੈ, ਸੋ ਕਿੰਨਾ ਐਡ ਕੀਤਾ ਸੀ, 6 ਲੀਟਰ ਪਾਣੀ ਅਸੀਂ ਹੋਰ ਐਡ ਕਰਨਾ ਪਊਗਾ। ਯਾਨੀ ਕਿ ਇਸ ਕੁਐਸਚਨ ਦਾ ਸਹੀ ਆਨਸਰ ਹੈ 6 ਲੀਟਰ। ਆਈ ਥਿੰਕ ਬੱਚੇ ਸਮਝ ਆਇਆ ਹੋਣਾ ਸਾਰਿਆਂ ਨੂੰ। ਅਗਲਾ ਕੁਐਸਚਨ, ਇੱਕ ਸੰਖਿਆ ਨੂੰ 2 3 ਅਤੇ 4 ਨਾਲ ਵੰਡਿਆ ਜਾਂਦਾ ਹੈ ਤੇ ਹਰੇਕ ਮਾਮਲੇ ਦੇ ਵਿੱਚ ਰਿਮਾਈਂਡਰ 1 ਆਉਂਦਾ ਹੈ ਤਾਂ ਦੂਜੀ ਘੱਟੋ ਘੱਟ ਸੰਖਿਆ ਪਤਾ ਕਰੋ, ਇੱਕ ਤੋਂ ਜ਼ਿਆਦਾ ਹੋਵੇ, ਠੀਕ ਹੈ, ਜੋ ਲੋੜ ਨੂੰ ਪੂਰਾ ਕਰਦੀ ਹੋਵੇ। ਯਾਨੀ ਕਿ ਦੂਜੀ ਸੰਖਿਆ ਪਤਾ ਕਰਨੀ ਹੈ। ਦੇਖੋ ਪਹਿਲੀ ਸੰਖਿਆ ਆਪਾਂ ਉਹ ਪਤਾ ਕਰਦੇ ਹਾਂ ਜਿਹੜੀ 2 3 ਤੇ 4 ਤੇ ਪੂਰੀ ਡਿਵਾਈਡ ਹੁੰਦੀ ਹੋਵੇ। ਯਾਨੀ ਕਿ ਇਹਨਾਂ ਦਾ ਅਸੀਂ ਪਹਿਲਾਂ ਐਲਸੀਐਮ ਲੈਂਦੇ ਹਾਂ। ਕੀ ਲੈਂਦੇ ਹਾਂ ਅਸੀਂ, ਇਹਨਾਂ ਦਾ ਐਲਸੀਐਮ। ਸੋ ਅਸੀਂ ਸੰਖਿਆ ਜਿਹੜੀ ਕੱਢੀ ਹੈ ਬੱਚੇ, ਉਹ ਇਹਨਾਂ ਦਾ ਐਲਸੀਐਮ ਲਿੱਤਾ ਬੱਚੇ, ਕਿੰਨੀ ਆ ਗਈ, ਤੁਸੀਂ ਕਹਿ ਦੋਗੇ ਇਹ 2 ਦੂਣੀ 4 ਦੂਣੀ 12। ਯਾਨੀ ਕਿ 12 ਇੱਕ ਐਸੀ ਸੰਖਿਆ ਹੈ ਜਿਹਨੂੰ 2 ਵੀ ਡਿਵਾਈਡ ਕਰਦਾ ਹੈ, 3 ਵੀ ਡਿਵਾਈਡ ਕਰਦਾ ਹੈ ਤੇ 4 ਵੀ ਡਿਵਾਈਡ ਕਰਦਾ ਹੈ। ਪਰ ਉਹ ਕਹਿੰਦਾ ਹਰ ਮਾਮਲੇ 'ਚ ਰਿਮਾਈਂਡਰ 1 ਆਉਣਾ ਚਾਹੀਦਾ। ਯਾਨੀ ਕਿ ਜਿਹੜੀ ਪਹਿਲੀ ਸੰਖਿਆ ਹੋ ਗਈ 12 ਜਮਾ 1 13 ਹੋ ਗਈ। ਯਾਨੀ ਕਿ ਦੇਖੋ ਜਦੋਂ ਤੁਸੀਂ 2 ਡਿਵਾਈਡ ਕਰੋਗੇ ਤਾਂ ਕੀ ਆਊਗਾ, ਹਰ ਵਾਰੀ ਰਿਮਾਈਂਡਰ 1 ਵੱਜ ਜਾਊਗਾ। 3 ਨਾਲ ਡਿਵਾਈਡ ਕਰੋਗੇ 3 ਚੌਕੇ 12, ਰਿਮਾਈਂਡਰ 1 ਆਊਗਾ। 4 ਨਾਲ ਭਾਗ ਕਰੋਗੇ 4 ਤੇ 12 ਦੀ ਰਿਮਾਈਂਡਰ 3 ਆਊਗਾ। ਲੇਕਿਨ ਇਹ ਤਾਂ ਪਹਿਲੀ ਸੰਖਿਆ, ਉਹਨੇ ਕਿਹਾ ਦੂਜੀ ਸੰਖਿਆ ਪਤਾ ਕਰੋ। ਫਿਰ 12 ਤੋਂ ਬਾਅਦ ਕਿਹੜੀ ਸੰਖਿਆ ਜਿਹੜੀ ਡਿਵਾਈਡ ਕਰ, ਜਿਹਨੂੰ 2 3 4 ਡਿਵਾਈਡ ਕਰਨਗੇ, ਯਾਨੀ ਕਿ 12 ਦਾ ਡਬਲ 24। 24 ਨੂੰ ਦੇਖੋ 2 ਵੀ ਡਿਵਾਈਡ ਕਰਦਾ ਹੈ, 3 ਵੀ ਡਿਵਾਈਡ ਕਰਦਾ, 3 8 24, 4 6 24, ਪਰ ਰਿਮਾਈਂਡਰ 1 ਚਾਹੀਦਾ ਤਾਂ ਅਸੀਂ ਐਡ ਕਰ ਦਾਂਗੇ। ਯਾਨੀ ਕਿ ਦੂਜੀ ਕਿਹੜੀ ਸੰਖਿਆ, 25 ਐਸੋ ਸੰਖਿਆ ਹੈ ਜਿਹਨੂੰ 2 ਨਾਲ ਭਾਗ ਕਰੋਗੇ ਰਿਮਾਈਂਡਰ 1 ਆਊਗਾ, 3 ਨਾਲ ਭਾਗ ਕਰੋਗੇ ਰਿਮਾਈਂਡਰ 1 ਆਊਗਾ, ਔਰ 4 ਨਾਲ ਡਿਵਾਈਡ ਕਰੋਗੇ ਰਿਮਾਈਂਡਰ 1 ਆਊਗਾ। ਸੋ ਇਸ ਕੁਐਸਚਨ ਦਾ ਆਨਸਰ ਸੀ ਬੱਚੇ 25। ਠੀਕ ਹੈ ਬੱਚਿਓ। ਸੋ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਜੋ ਮੇਰਾ ਛੋਟਾ ਜਿਹਾ ਉਪਰਾਲਾ ਹੈ ਸਮਝ ਆਇਆ ਹੋਣਾ ਬੱਚਿਓ। ਠੀਕ ਹੈ। ਮੈਂ ਇਹ ਸਮਝ, ਦੇਖੋ ਤੁਹਾਨੂੰ ਇਹਦੇ ਵਿੱਚ ਪੂਰਾ ਕਨਸੈਪਟ ਤਾਂ ਨਹੀਂ ਮੈਂ ਸਮਝਾ ਸਕਦਾ, ਮੈਂ ਬਸ ਇਹ ਦੱਸ ਸਕਦਾ ਵੀ ਕੁਐਸਚਨ ਨੂੰ ਕਿਵੇਂ ਈਜ਼ੀ ਸੋਲਵ ਕੀਤਾ ਗਿਆ ਆਪਾਂ ਨੂੰ। ਠੀਕ ਹੈ। ਸੋ ਅਗਰ ਕਿਸੇ ਨੇ ਵੀ ਕੋਈ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰਨੀ ਹੋ ਤਾਂ ਸਾਡੇ ਰਿਕਾਰਡਡ ਲੈਕਚਰ ਨੇ ਮੈਥ ਤੇ ਰੀਜ਼ਨਿੰਗ ਦੇ, ਉਹ ਤੁਸੀਂ ਪਰਚੇਸ ਕਰ ਸਕਦੇ ਹੋ। ਸਾਡਾ ਹੇਠ ਲਿਖਿਆ ਕੰਟੈਕਟ ਨੰਬਰ ਹੈ 9814894729। ਔਰ ਬੱਚਿਓ ਸਾਡੇ ਪੰਜਾਬ ਪੁਲਿਸ ਕਾਂਸਟੇਬਲ ਦੇ ਬੈਚ ਵੀ ਚੱਲ ਰਹੇ ਨੇ। ਜੇ ਕਿਸੇ ਨੇ ਤਿਆਰੀ ਕਰਨੀ ਹੋਵੇ ਆਫਲਾਈਨ ਜਾਂ ਆਨਲਾਈਨ ਤਾਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ। ਧੰਨਵਾਦ ਬੱਚਿਓ।